ਜ਼ੀਰੇ ਦੀ ਮਾਲਬਰੋ ਫੈਕਟਰੀ ਨੂੰ ਸੁਰਖੀਆਂ ਦੇ ਵਿੱਚ ਬਣਾ ਕੇ ਰੱਖਿਆ ਔਰ ਐਸੇ ਹੀ ਐਥਨੋਲ ਦੇ ਕਰਕੇ ਨਜ਼ਦੀਕ ਦੇ ਪਿੰਡ ਦੱਸਦੇ ਆ ਕਿ ਪਾਣੀ ਜ਼ਹਿਰੀਲਾ ਹੋ ਚੁੱਕਾ ਹੈ ਔਰ ਜ਼ੀਰੇ ਦੇ ਵਿੱਚ ਪੈਂਦੇ ਪਿੰਡ ਔਰ ਉਹਨਾਂ ਪਿੰਡਾਂ ਦੇ ਵਿੱਚ ਰਹਿੰਦੇ ਲੋਕ ਜੋ ਨੇ ਉਹ ਇਸ ਪਾਣੀ ਦਾ ਸ਼ਿਕਾਰ ਹੁੰਦੇ ਪਏ ਆ, ਜ਼ਹਿਰ ਪੀ ਕੇ ਮਰਦੇ ਪਏ ਆ। ਐਥਨੋਲ ਜੋ ਫਾਈਨਲ ਪ੍ਰੋਡਕਟ ਜਿਸ ਨੂੰ ਕਿਹਾ ਜਾਂਦਾ ਉਹ ਤਿਆਰ ਹੁੰਦੀ ਹੈ ਔਰ ਇਹਨਾਂ ਟੈਂਕਸ ਦੇ ਵਿੱਚ ਸਟੋਰ ਹੁੰਦੀ ਹੈ और इन्हां टैंक्स दे विच जदों स्टोर हुंदी ते इसनूं ताला लगा के रखिया जांदा है और इस ताले दी चाबी किस दे कोल हुंदी है। जब एक्साइज वाले आते हैं तो ये ताला एक्साइज के सामने ही खुलता है और वही अपनी देखरेख में इस ताले को खुलवाते हैं। हम अपनी मर्जी से इस ताले को नहीं खोल सकते हैं। जब वो कहेंगे कि इसको ट्रांसफ़र करना है तभी हम इसको खोलेंगे और वो साथ में आएंगे, फिर इसको खुलवाएंगे। खुलवाने के बाद ही ये वाल यहाँ से खुलेगा, अन्यथा ये वाल खुलेगा ही नहीं। ਅਸੀਂ ਬੜੀ ਜਲਦੀ ਇਹ ਚੀਜ਼ਾਂ ਕਰਨਾ ਚਾਹੁੰਦੇ ਸੀਗੇ ਪਰ ਇਹਨਾਂ ਨੇ ਕਦੇ ਸਾਨੂੰ ਫੈਕਟਰੀ ਦੇ ਅੰਦਰ ਹੀ ਨਹੀਂ ਜਾਣ ਦਿੱਤਾ। ਬੜੀ ਕੋਸ਼ਿਸ਼ ਕੀਤੀ, ਪ੍ਰਸ਼ਾਸਨ ਥਰੂ ਕੀ ਕੋਸ਼ਿਸ਼ ਕੀਤੀ, ਅਸੀਂ ਆਪਣੇ ਆਪ ਕੋਸ਼ਿਸ਼ ਕੀਤੀ ਪਰ ਇਹਨਾਂ ਨੇ ਸਾਨੂੰ ਫੈਕਟਰੀ ਦੇ ਅੰਦਰ ਨਹੀਂ ਜਾਣ ਦਿੱਤਾ। ਹਕੀਕਤ ਕੀ ਹੈ, ਸੱਚਾਈ ਕੀ ਹੈ, ਅੱਜ ਕੱਲੀ ਕੱਲੀ ਚੀਜ਼ ਨੂੰ ਖੰਗਾਲਾਂਗੇ, ਫੈਕਟ ਚੈੱਕ ਕਰਾਂਗੇ। ਕਿੰਨੇ ਪਰਸੈਂਟ ਕਿੰਨੇ ਫੀਸਦ ਇਹਦੇ ਚ ਬਣ ਜਾਂਦੀ ਹੈ ਅਲਕੋਹਲ ਸ਼ਰਾਬ? इसमें 14 ਇਹਦਾ ਟੈਕਨੀਕਲ ਸ਼ਬਦ ਹੈਗਾ ਕੋਈ ਅਲਕੋਹਲ ਦਾ? इथाइल अल्कोहल बोलते हैं सर। ਇਥਾਈਲ ਅਲਕੋਹਲ। हाँ जी। ਕਿੰਨੇ ਪਰਸੈਂਟ ਬੰਦੀ ਇਹਦੇ? इसमें सर 14 से 16% के बीच में बन जाती है। ਤੁਸੀਂ ਕਿਵੇਂ ਯਕੀਨ ਦਿਵਾਓਗੇ ਕਿ ਜੋ ਪਾਣੀ ਗੰਦਲਾ ਹੋ ਗਿਆ ਨੇੜਲੇ ਪਿੰਡਾਂ ਦਾ ਉਹਦੇ ਵਿੱਚ ਤੁਹਾਡਾ ਤੇ ਤੁਹਾਡੀ ਫੈਕਟਰੀ ਦਾ ਜ਼ਰਾ ਜਿੰਨਾ ਵੀ ਹੱਥ ਨਹੀਂ ਹੈ? ਬੜਾ ਰੌਲਾ ਪੈ ਰਿਹਾ ਬਾਹਰ ਕਿ ਤੁਸੀਂ ਡੂੰਘੇ ਬੋਰ ਕੀਤੇ ਹੋਏ ਇੱਥੇ ਅੰਦਰ ਇਸ ਫੈਕਟਰੀ ਦੇ ਵਿੱਚ। ਉਹ ਡੂੰਘੇ ਬੋਰਾਂ ਦਾ ਰਾਜ਼ ਕੀ ਹੈ, ਰਹੱਸ ਕੀ ਹੈ, ਸੀਕ੍ਰੇਟ ਹੈ ਕੀ ਹੈ? ਉਹ ਤੋਂ ਕੋਈ ਪਰਦਾ ਹੈਗਾ ਚੁੱਕਣ ਵਾਲਾ ਜਾਂ ਨਹੀਂ ਹੈਗਾ? ਕੋਈ ਇਹੋ ਜਿਹੀ ਗੱਲ ਨਹੀਂ, ਕੋਈ ਹੋਣੀ। 3 ਬੋਰ ਸਾਡੇ ਆਪਣੇ ਅੰਦਰ ਲੱਗੇ ਆ, ਜਦੋਂ ਮਰਜ਼ੀ ਉਹਨੂੰ ਚਲਾ ਕੇ ਦੇਖੋ ਚਿੱਟਾ ਪਾਣੀ ਆਊਗਾ ਕਿਉਂਕਿ ਸਭ ਤੋਂ ਪਹਿਲਾਂ ਤਾਂ ਉਸ ਪਾਣੀ ਨੂੰ ਅਸੀਂ ਯੂਜ਼ ਕਰਨਾ ਹੈ ਜਿਹਦੇ ਨਾਲ ਅਸੀਂ ਫੈਕਟਰੀ ਚਲਾਉਣੀ ਹੈ। ਤੇ ਕੋਈ ਮਤਲਬ ਨਹੀਂ ਬਣਦਾ ਵੀ ਅਸੀਂ ਕੋਈ ਜ਼ਮੀਨ 'ਚ ਬੋਰ ਕਰਕੇ ਗੰਦਲਾ ਪਾਣੀ ਜਾਂ ਗੰਦਾ ਪਾਣੀ ਕਦੇ ਪਾਇਆ ਹੋ। ਇਹ 65 ਮੀਟਰ ਚਿਮਨੀ ਜਿਹੜੀ 65 ਮੀਟਰ ਦੀ ਜਿਹੜੀ ਚਿਮਨੀ ਹੈ ਇਹ ਸਵਾਹ ਜਿਹੜੀ ਪ੍ਰੋਡਿਊਸ ਕਰਦੀ ਹੈ ਕੀ ਆ? ये बेसिकली सर जो अपना कार्बन होता है वो है जो जलने के बाद जो बच जाता है। ਕਾਰਬਨ ਤਾਂ ਜ਼ਹਿਰ ਹੈ ਯਾਰ। नहीं, ये हाइड्रोकार्बन जैसा ये होता है, मतलब वो इसका मुझे ज़्यादा आइडिया नहीं है। ਜਦੋਂ ਇਹਨਾਂ ਨੇ ਉੱਥੇ ਬੋਰ ਕੀਤਾ ਤੇ ਬੋਰ 'ਚੋਂ ਗੰਦਲਾ ਪਾਣੀ ਨਿਕਲਿਆ ਤੇ ਲੋਕ ਇਹ ਕਹਿਣ ਲੱਗ ਪਏ ਵੀ ਇਹ ਤਾਂ ਲਾਹਣ ਦੀ ਸਮੈਲ ਆ ਰਹੀ ਹੈ। ਇਹਨਾਂ ਨੇ ਉੱਥੋਂ ਉਹ ਚੀਜ਼ ਚੱਕੀ ਤੇ ਇਹ ਬਿਲਕੁਲ ਕਲੀਅਰ ਕਰਤਾ ਵੀ ਇਹ ਤਾਂ ਜੀ ਸ਼ਰਾਬ ਫੈਕਟਰੀ ਦਾ ਗੰਦਾ ਪਾਣੀ ਹੈ। ਇਹ ਤੇ ਜੇ ਕਾਰਬਨ ਮੂੰਹ 'ਚ ਚੱਲ ਜੇ, ਨੱਕ 'ਚ ਚੱਲ ਜੇ, ਜਿਹਦੇ ਬੰਦੇ ਦੇ ਅੰਦਰ ਚੱਲ ਜਾਏਗੀ ਉਹ ਤਾਂ ਬੰਦਾ ਮੈਨੂੰ ਲੱਗਦਾ ਉਹਨੂੰ ਤਾਂ ਬਿਮਾਰੀ ਦੇਗੀ। ਘਰ ਦੀ ਰਸੋਈ ਤਾਂ ਹੈ ਨਹੀਂ ਵੀ ਕੋਈ ਇਹਨੂੰ 1 ਦਿਨ ਲਾਵਾਂਗੇ 2 ਦਿਨ ਲਾਵਾਂਗੇ ਤੇ ਇਹਨੂੰ ਸਾਫ਼ ਕਰ ਲਾਂਗੇ। ਐਡਾ ਵੱਡਾ ਯੂਨਿਟ ਹੈ, 50 ਏਕੜ 'ਚ ਯੂਨਿਟ ਲੱਗਿਆ ਹੋਇਆ ਹੈ। ਕਿਸ ਤਰ੍ਹਾਂ ਪੋਸੀਬਲ ਹੋ ਸਕਦਾ ਵੀ ਅਸੀਂ ਇਹਨੂੰ 2-4 ਦਿਨਾਂ 'ਚ 5 ਦਿਨਾਂ 'ਚ ਇਹਨੂੰ ਅਸੀਂ ਸਾਫ਼ ਕਰ ਲਈਏ? ਸਾਡੀ ਤਾਂ ਉੱਥੇ ਐਂਟਰੀ ਬੈਨ ਹੈ, ਸਾਨੂੰ ਉੱਥੇ ਕੋਈ ਐਂਟਰ ਹੋਣ ਨਹੀਂ ਦਿੰਦਾ। ਪਿੰਡ ਵਾਲੇ ਕਹਿੰਦੇ, ਕਈ ਵੀਡੀਓਜ਼ ਦੇ ਵਿੱਚ ਦੇਖਿਆ ਪਿੰਡਾਂ ਵਾਲਿਆਂ ਨੇ ਕਿ ਇਹ ਚਿਮਨੀ 'ਚੋਂ ਉੱਡ ਕੇ ਇਹ ਬਲੈਕ ਹੈ ਸਵਾਹ ਕਾਲੇ ਰੰਗ ਦੀ ਉੱਡ ਕੇ ਉੱਧਰ ਗਈ, ਜਿਸ ਤੋਂ ਬਾਅਦ ਕਹਿੰਦੇ ਕਿ ਸਾਡੇ ਪਸ਼ੂ ਸਾਡੇ ਡੰਗਰ ਜਿੰਨੇ ਵੀ ਸੀਗੇ ਉਹ ਸਾਰੇ ਮਰ ਗਏ। ਇਹ ਹੋਇਆ ਕਦੀ ਹੋਇਆ ਇਦਾਂ? सर ऐसा तो हमारे सामने तो कभी नहीं हुआ। ਇਸ ਵਕਤ ਜਿਹੜੇ ਸਟੋਰੇਜ ਟੈਂਕਸ ਦੇ ਵਿਚਕਾਰ ਮੈਂ ਖੜਾ ਹੋਇਆ ਇਹ ਕੋਈ ਮਾਮੂਲੀ ਟੈਂਕਸ ਨਹੀਂ ਹੈ। ਇਹਨਾਂ ਦੀ ਸਟੋਰੇਜ ਕੈਪੈਸਿਟੀ ਦੱਸਿਆ ਜਾਂਦਾ ਹੈ 5.5 ਲੱਖ ਲੀਟਰ ਦੀ ਹੈ ਔਰ ਕਿਹਾ ਜਾਂਦਾ ਹੈ ਕਿ ਜੋ ਫਾਈਨਲ ਪ੍ਰੋਡਕਟ ਹੁੰਦਾ ਹੈ ਜਿਸ ਨੂੰ ਐਥਨੋਲ ਕਿਹਾ ਜਾਂਦਾ ਹੈ ਉਹ ਇਹਨਾਂ ਟੈਂਕਸ ਦੇ ਵਿੱਚ ਸਟੋਰ ਕੀਤੀ ਜਾਂਦੀ ਹੈ। ਔਰ ਇਹ ਐਥਨੋਲ ਕੀ ਹੈ? ਇਹ ਉਹੀ ਐਥਨੋਲ ਹੈ ਜਿਸ ਨੇ ਜ਼ੀਰੇ ਦੀ ਮਾਲਬਰੋ ਫੈਕਟਰੀ ਨੂੰ ਸੁਰਖੀਆਂ ਦੇ ਵਿੱਚ ਬਣਾ ਕੇ ਰੱਖਿਆ ਔਰ ਐਸੇ ਹੀ ਐਥਨੋਲ ਦੇ ਕਰਕੇ ਨਜ਼ਦੀਕ ਦੇ ਪਿੰਡ ਦੱਸਦੇ ਆ ਕਿ ਪਾਣੀ ਜ਼ਹਿਰੀਲਾ ਹੋ ਚੁੱਕਾ ਹੈ ਔਰ ਜ਼ੀਰੇ ਦੇ ਵਿੱਚ ਪੈਂਦੇ ਪਿੰਡ ਔਰ ਉਹਨਾਂ ਪਿੰਡਾਂ ਦੇ ਵਿੱਚ ਰਹਿੰਦੇ ਲੋਕ ਜੋ ਨੇ ਉਹ ਇਸ ਪਾਣੀ ਦਾ ਸ਼ਿਕਾਰ ਹੁੰਦੇ ਪਏ ਆ, ਜ਼ਹਿਰ ਪੀ ਕੇ ਮਰਦੇ ਪਏ ਆ। ਇਹ ਲੋਕਾਂ ਦਾ ਕਹਿਣਾ, ਲੇਕਿਨ ਇਹ ਐਥਨੋਲ ਬਣਦੇ ਕਿਵੇਂ ਆ ਔਰ ਇਸ ਦਾ ਕੀ ਵੇਸਟ ਪ੍ਰੋਡਕਟ ਹੁੰਦਾ ਔਰ ਇੱਕ ਵੇਸਟ ਪ੍ਰੋਡਕਟ ਕਿਸ ਤਰੀਕੇ ਦੇ ਨਾਲ ਕੀ ਲੋਕਾਂ ਤੱਕ ਵਾਕਈ ਪਹੁੰਚਦਾ ਪਿਆ? ਹਕੀਕਤ ਕੀ ਹੈ, ਸੱਚਾਈ ਕੀ ਹੈ? ਅੱਜ ਕੱਲੀ ਕੱਲੀ ਚੀਜ਼ ਨੂੰ ਖੰਗਾਲਾਂਗੇ,
ਫੈਕਟ ਚੈੱਕ ਕਰਾਂਗੇ, ਲੋਕਾਂ ਦੇ ਜਿਹੜੇ ਸਵਾਲ ਨੇ, ਲੋਕਾਂ ਦੇ ਜੋ ਇਲਜ਼ਾਮ ਨੇ, ਔਰ ਇਸ ਫੈਕਟਰੀ ਦੇ ਠੀਕ ਬਾਹਰ ਜਿਨ੍ਹਾਂ ਨੇ ਧਰਨਾ ਲਗਾ ਕੇ ਉਹ ਲੋਕ 5 ਮਹੀਨੇ ਤੋਂ ਜਿਹੜੇ ਲੋਕ ਬੈਠੇ ਹੋਏ ਆ ਉਹਨਾਂ ਦੇ ਜੋ ਸਵਾਲ ਨੇ, ਅੱਜ ਫੈਕਟਰੀ ਦੇ ਉਹਨਾਂ ਲੋਕਾਂ ਕੋਲੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਪ੍ਰੋਸੈਸ ਹੁੰਦਾ ਕੀ ਹੈ ਔਰ ਫਾਈਨਲ ਪ੍ਰੋਡਕਟ ਕੀ ਹੁੰਦਾ ਹੈ, ਔਰ ਜੋ ਵੇਸਟ ਹੁੰਦਾ ਹੈ ਉਸ ਨੂੰ ਕਿੱਥੇ, ਕਿਵੇਂ ਤੇ ਕਦੋਂ ਛੱਡਿਆ ਜਾਂਦਾ ਹੈ। ਇਹ ਉਹ ਤਾਲਾ ਹੈ ਔਰ ਇਹ ਤਾਲਾ ਇਸ ਐਥਨੋਲ ਦੇ ਟੈਂਕ ਨੂੰ ਲਗਾ ਕੇ ਰੱਖਿਆ ਜਾਂਦਾ ਹੈ ਔਰ ਇਸ ਦੀ ਪੂਰੀ ਦੇਖ ਰੇਖ ਕੀਤੀ ਜਾਂਦੀ ਹੈ। ਇਹਦੇ ਬਾਰੇ ਜਾਣਕਾਰੀ ਲੈਣੇ ਆ। ਸਤੀਸ਼ ਜੀ ਸਾਡੇ ਨਾਲ ਨੇ। ਸਤੀਸ਼ ਜੀ ਨੇ ਡਿਪਲੋਮਾ ਵੀ ਕੀਤਾ ਔਰ ਗ੍ਰੈਜੂਏਟ ਵੀ ਹੈਗੇ ਆ ਐਲਕੋਹਲ ਟੈਕ ਤੇ ਬਾਇਓਟੈਕਨੋਲੋਜੀ ਦੇ ਵਿੱਚ, ਔਰ ਇਹ ਪ੍ਰੋਸੈਸ ਜਿਹੜਾ ਹੈਗਾ ਅੱਜ ਸਤੀਸ਼ ਜੀ ਦੱਸਣਗੇ ਕਿ ਕਿਸ ਤਰੀਕੇ ਦੇ ਨਾਲ ਇਹ ਐਥਨੋਲ ਜੋ ਫਾਈਨਲ ਪ੍ਰੋਡਕਟ ਜਿਸ ਨੂੰ ਕਿਹਾ ਜਾਂਦਾ ਉਹ ਤਿਆਰ ਹੁੰਦੀ ਹੈ ਔਰ ਇਹਨਾਂ ਟੈਂਕਸ ਦੇ ਵਿੱਚ ਸਟੋਰ ਹੁੰਦੀ ਹੈ। ਔਰ ਇਹਨਾਂ ਟੈਂਕਸ ਦੇ ਵਿੱਚ ਜਦੋਂ ਸਟੋਰ ਹੁੰਦੀ ਤੇ ਇਸ ਨੂੰ ਤਾਲਾ ਲਗਾ ਕੇ ਰੱਖਿਆ ਜਾਂਦਾ ਔਰ ਇਸ ਤਾਲੇ ਦੀ ਚਾਬੀ ਕਿਸ ਦੇ ਕੋਲ ਹੁੰਦੀ ਹੈ? ਕੀ ਉਹ ਚਾਬੀ ਫੈਕਟਰੀ ਦੇ ਮਾਲਕਾਂ ਕੋਲ ਹੁੰਦੀ ਹੈ ਜਾਂ ਇਹ ਚਾਬੀ किस कोल होती है? ये चाबी किसके पास होती है इसकी? ये चाबी सर जब एक्साइज वाले आते हैं तो ये ताला एक्साइज के सामने ही खुलता है और वही अपनी देख रेख में इस ताले को खुलवाते हैं। हम अपनी मर्जी से इस ताले को नहीं खोल सकते हैं। जब वो कहेंगे कि इसको ट्रांसफ़र करना है तभी हम इसको खोलेंगे और वो साथ में आएंगे, फिर इसको खुलवाएंगे। खुलवाने के बाद ही ये वाल यहाँ से खुलेगा, अन्यथा ये वाल खुलेगा ही नहीं। अभी ये देखो मूव नहीं कर सकता है, लेकिन जब ये लॉक निकल जाएगा तभी ये मूव करेगा और ये तभी उनके सामने एक्साइज की देख रेख में ही ये सब काम होता है। ਤੁਹਾਡੇ ਕੋਲੋਂ ਅੱਜ ਸਾਰਾ ਕੁਝ ਜਾਣਨ ਦੀ ਕੋਸ਼ਿਸ਼ ਕਰਨੀ ਹੈ ਕਿ ਐਥਨੋਲ ਬਣਦੀ ਕਿਵੇਂ ਹੈ। ਸੋ ਇਹਦਾ ਪਹਿਲਾ ਜਿਹੜਾ ਸਟੈਪ ਹੈਗਾ ਉਹ ਕਿੱਥੋਂ ਸ਼ੁਰੂ ਹੁੰਦਾ ਹੈ? सर पहला जो स्टेप है वो मैसिंग से शुरू होता है। जो हमारे पास ब्रोकन राइस आता है, ब्रोकन राइस से हम पहले सिलेरी तैयार करते हैं। जो सिलेरी को फिर हम एक एंजाइमेटिक प्रोसेस कराते हैं। उस एंजाइमेटिक प्रोसेस में क्या होता है, जो हमारी स्टार्च होता है, स्टार्च को छोटे छोटे पार्टिकल चेन में तोड़ दिया जाता है। ਇਹਦੇ ਬਾਰੇ जी ਜੋ ਅਗਲਾ ਜੋ ਸਟੈਪ ਹੈਗਾ ਕਿ ਕਿਸ ਤਰੀਕੇ ਦੇ ਨਾਲ ਇਹਦੀ ਸ਼ੁਰੂਆਤ ਹੁੰਦੀ ਹੈ, ਸਟੈਪ 1 ਹੁੰਦਾ ਕੀ ਹੈ, ਅਸੀਂ ਉੱਥੇ ਜਾ ਕੇ ਦੇਖਦੇ ਹਾਂ ਔਰ ਉਹ ਕਿਹੜਾ ਜਿਹੜਾ ਸ਼ੁਰੂਆਤੀ ਦੌਰ ਦੇ ਵਿੱਚ ਪ੍ਰੋਡਕਟ ਯੂਜ਼ ਹੁੰਦਾ ਜੋ ਜਿਸ ਦਾ ਐਂਡ ਪ੍ਰੋਡਕਟ ਜੋ ਹੁੰਦਾ ਉਹ ਇਥਨੋਲ ਤਿਆਰ ਹੁੰਦੀ ਆ ਔਰ ਇਸ ਇਥਨੋਲ ਤੋਂ ਇਲਾਵਾ ਹੋਰ ਕਿਹੜਾ ਪ੍ਰੋਡਕਟ ਇਸ ਫੈਕਟਰੀ ਦੇ ਵਿੱਚ ਤਿਆਰ ਹੁੰਦਾ ਔਰ ਉਹਨਾਂ ਵੀਡੀਓਜ਼ ਦੀ ਹਕੀਕਤ ਕੀ ਹੈ, ਉਹਨਾਂ ਵੀਡੀਓਜ਼ ਦੀ ਸੱਚਾਈ ਕੀ ਹੈ ਜੋ ਵਾਇਰਲ ਹੁੰਦੀਆਂ ਪਈਆਂ ਨੇ ਸੋਸ਼ਲ ਮੀਡੀਆ ਤੇ, ਕਿ ਵਾਕਈ ਇਹ ਜੋ ਇੰਡਸਟਰੀ ਹੈ ਵੇਸਟ ਜੋ ਹੈ ਉਹਦਾ ਆਊਟਪੁੱਟ ਹੈਗਾ ਜਾਂ ਵੇਸਟ ਜੋ ਹੈ ਉਹ ਤਿਆਰ ਕਰਦੀ ਔਰ ਉਹ ਵੇਸਟ ਜੋ ਹੈ ਇਸੇ ਤਰੀਕੇ ਦੇ ਨਾਲ ਬਾਹਰ ਜਾਂਦਾ। ਉਹ ਕੱਲੀ ਚੀਜ਼ ਦੇ ਉੱਤੇ ਝਾਤ ਮਾਰਦੇ ਆ। ਆਓ ਚੱਲਦੇ ਹਾਂ। ਇਸ ਵੀਡੀਓ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਛੋਟਾ ਜਿਹਾ ਡਿਸਕਲੇਮਰ, ਇੱਕ ਛੋਟੀ ਜਿਹੀ ਚੇਤਾਵਨੀ। ਉਹ ਇਹ ਹੈ ਕਿ ਨਾ ਤਾਂ ਮੈਂ ਕੋਈ NGT ਦਾ ਮੈਂਬਰ ਹਾਂ, ਨਾ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਦਾ ਮੈਂਬਰ ਹਾਂ, ਨਾ ਮੈਂ ਕੋਈ ਐਕਸਪਰਟ ਹਾਂ, ਪਰ ਮੈਂ ਇੱਕ ਪੱਤਰਕਾਰ ਹਾਂ। ਅਸੀਂ ਜਦੋਂ ਧਰਨਾ ਕਵਰ ਕਰਦੇ ਹਾਂ ਤਾਂ ਅਸੀਂ ਉਹਨਾਂ ਧਰਨਾਕਾਰੀਆਂ ਦਾ, ਉਹਨਾਂ ਪ੍ਰਦਰਸ਼ਨਕਾਰੀਆਂ ਦਾ ਪੱਖ ਸੁਣਦੇ ਹਾਂ ਔਰ ਅੱਜ ਇਹ ਜਾਣਨਾ ਵੀ ਜ਼ਰੂਰੀ ਹੈ ਕਿ ਇਸ ਫੈਕਟਰੀ ਦੀ ਬਾਹਰਲੀਆਂ ਕੰਧਾਂ ਦੇ ਵਿੱਚ ਜੋ ਹੁੰਦਾ ਪਿਆ ਪ੍ਰਦਰਸ਼ਨ ਉਹ ਤਾਂ ਸਭ ਨੂੰ ਪਤਾ ਹੈ, ਲੇਕਿਨ ਅਸਲ ਹਕੀਕਤ ਜੋ ਹੈ ਉਹ ਫੈਕਟਰੀ ਦੀਆਂ ਕੰਧਾਂ ਦੇ ਅੰਦਰ ਕੀ ਵਾਪਰਿਆ, ਕਿਵੇਂ ਵਾਪਰਦਾ, ਕੀ ਪ੍ਰੋਸੈਸ ਹੁੰਦਾ ਉਹ ਜਾਣਨਾ ਬੜਾ ਜ਼ਰੂਰੀ ਹੈ। ਐਥਨੋਲ ਬਣਦੀ ਕਿਵੇਂ ਹੈ ਔਰ ਐਥਨੋਲ ਨੂੰ ਬਣਾਉਣ ਦਾ ਪ੍ਰੋਸੈਸ ਕੀ ਹੈ, ਪ੍ਰੋਸੀਜਰ ਕੀ ਹੈ, ਸਟੈਪ 1 ਤੋਂ ਲੈ ਕੇ ਉਹਦੇ ਕਿੰਨੇ ਕੁ ਸਟੈਪ ਅੱਗੇ ਜਾਂਦੇ ਨੇ ਔਰ ਉਹਦਾ ਐਂਡ ਕੀ ਹੁੰਦਾ ਜਿਸ ਤੋਂ ਬਾਅਦ ਉਹ ਚੀਜ਼ ਜੋ ਹੈ ਤਿਆਰ ਹੁੰਦੀ ਹੈ ਔਰ ਸਟੋਰੇਜ ਦੇ ਵਿੱਚ ਜਾਂਦੀ ਹੈ। ਇਹ ਹੈ ਗ੍ਰੇਨ ਅਨਲੋਡਿੰਗ ਪੁਆਇੰਟ ਔਰ ਇਹ ਸਟੈਪ 1 ਹੈ ਔਰ ਸਟੈਪ 1 ਸਾਨੂੰ ਸਤੀਸ਼ ਜੀ ਦੱਸਣਗੇ ਔਰ ਸਤੀਸ਼ ਜੀ ਗ੍ਰੈਜੂਏਟ ਨੇ, ਇਹਨਾਂ ਨੇ ਡਿਪਲੋਮਾ ਵੀ ਕੀਤਾ ਹੈ ਐਲਕੋਹਲ ਟੈਕ ਦੇ ਵਿੱਚ ਔਰ ਬਾਇਓਟੈਕਨੋਲੋਜੀ ਦੇ ਵਿੱਚ। ਇਹਨਾਂ ਨੂੰ ਬਖੂਬੀ ਪਤਾ ਹੈ ਕਿ ਐਥਨੋਲ ਤਿਆਰ ਕਿਸ ਤਰੀਕੇ ਦੇ ਨਾਲ ਹੁੰਦੀ ਹੈ। ਇਹ ਜੋ ਅਸੀਂ ਜਿੱਥੇ ਖੜੇ ਹਾਂ ਇਸ ਟਾਈਮ ਇਹ ਪਹਿਲਾ ਪੁਆਇੰਟ ਹੈ, ਸਟੈਪ 1 ਹੈ। ਇਹ ਇੱਥੇ ਕੀ ਹੁੰਦਾ ਉਹਦੇ ਬਾਰੇ ਦੱਸੋ। इधर सर यहाँ पे हमारे जो गाड़ियाँ हैं ब्रोकन राइस की वो यहाँ पे आके लगती हैं और यहाँ से हम उसको अनलोडिंग करते हैं लेबर के द्वारा। लेबर के द्वारा वो अनलोडिंग होती है और एलिवेटर से, ये हमारा एलिवेटर लगा है, एलिवेटर से यहाँ से ग्रेन साफ होता है। ये हमारा प्री क्लीनर सिस्टम लगा है, इसको हम क्लीनिंग के लिए यूज करते हैं। जब वो यहाँ से साफ हो जाता है पूरा क्लीन होने के बाद फिर हम उसको स्टोरेज कर लेते हैं। ਸੋ ਇੱਕ ਸੈਕਿੰਡ ਇਹ ਅਨਲੋਡਿੰਗ ਪੁਆਇੰਟ ਹੈ। ਇੱਥੇ ਗੱਡੀਆਂ ਆਉਂਦੀਆਂ ਨੇ, ਇਹ ਟੋਟਾ ਚਾਵਲ ਹੈ,
ਇਹ ਬੋਰੀਆਂ ਜਿਹੜੀਆਂ ਤੁਸੀਂ ਠੀਕ ਪਿੱਛੇ ਦੇਖਦੇ ਪਏ ਹੋ, ਇਹਨਾਂ ਬੋਰੀਆਂ ਦੇ ਵਿੱਚ ਹੁੰਦਾ ਇਹ ਟੋਟਾ ਚਾਵਲ। ਔਰ ਇਹ ਟੋਟਾ ਚਾਵਲ ਜੋ ਹੈਗਾ ਇਹ ਟਾਇਰਾਂ ਦੇ ਨਿਸ਼ਾਨ ਤੁਹਾਨੂੰ ਦੱਸਣਗੇ। ਆਹ ਟਾਇਰਾਂ ਦੇ ਨਿਸ਼ਾਨ ਨੇ, ਇੱਥੇ ਗੱਡੀਆਂ ਆਉਂਦੀਆਂ ਨੇ, ਇੱਥੋਂ ਅਨਲੋਡ ਹੁੰਦਾ ਹੈ। ਇਹ ਬੋਰੀਆਂ ਜੋ ਹੈਗੀਆਂ ਨੇ ਇੱਥੇ ਸਟੋਰ ਕੀਤੀਆਂ ਜਾਂਦੀਆਂ ਨੇ। ਔਰ ਜਿਸ ਨੂੰ ਸਤੀਸ਼ ਜੀ ਨੇ ਐਲੀਵੇਟਰ ਦੱਸਿਆ, ਆਮ ਭਾਸ਼ਾ ਦੇ ਵਿੱਚ ਅਸੀਂ ਉਸ ਨੂੰ ਲਿਫਟ ਕਹਿੰਦੇ ਆ। ਔਰ ਇਹ ਜੋ ਚਾਵਲ ਹੈ ਇੱਥੋਂ ਲਿਫਟ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਨੈਕਸਟ ਸਟੈਪ ਕੀ ਹੁੰਦਾ ਸਤੀਸ਼ ਜੀ? प्री क्लीनिंग होता है सर ये ਇੱਥੇ ਕਲੀਨਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ। ਇਹ ਕਲੀਨਿੰਗ ਕੀ, ਇਹਨੂੰ ਕਲੀਨਿੰਗ ਪਲਾਂਟ ਕਹਾਂਗੇ? इसे इसे प्री क्लीनर बोलते हैं सर, क्लासीफायर है ये। तो ये इसमें से जो डस्ट है, जो इसमें हल्का भूसी है या कोई फॉरेन पार्टिकल है, ये उसको बाहर निकाल देता है। उसको बाहर निकालने के बाद जो साफ चावल है वो हम स्टोर, ये अपना साइलो में स्टोर कर लेते हैं। ਸੋ ਦੋਸਤੋ, ਜਦੋਂ ਗੱਡੀ ਅਨਲੋਡ ਹੋ ਗਈ ਔਰ ਚਾਵਲ ਜੋ ਸੀਗਾ ਟੋਟਾ ਚਾਵਲ ਲਿਫਟ ਕਰ ਲਿੱਤਾ ਗਿਆ, ਇਹ ਪ੍ਰੀ ਕਲੀਨਿੰਗ ਕਹਿ ਲਓ ਕਿ ਇੱਕ ਪਲਾਂਟ ਹੈ ਛੋਟਾ ਜਿਹਾ। ਇੱਥੋਂ ਚਾਵਲ ਜਦੋਂ ਕਲੀਨ ਹੋ ਜਾਂਦਾ ਹੈ ਤਾਂ ਇੱਥੇ ਠੀਕ ਮੇਰੇ ਪਿੱਛੇ ਤੁਸੀਂ ਇਹ ਸਾਈਲੋ ਦੇਖੋਗੇ, ਜਿਹਦੇ ਵਿੱਚ ਇਸ ਚਾਵਲ ਨੂੰ ਜੋ ਕਲੀਨ ਹੋ ਗਿਆ, ਸਾਫ਼ ਹੋ ਗਿਆ, ਉਹਦੇ ਚੋਂ ਡਸਟ ਪਾਰਟੀਕਲਸ ਕੱਢ ਲਿੱਤੇ ਗਏ, ਉਹਦੀ ਸਫਾਈ ਕਰ ਲਿੱਤੀ ਗਈ। ਉਹਦੇ ਵਿੱਚ ਇਸ ਸਾਈਲੋ ਦੇ ਵਿੱਚ ਇਸ ਨੂੰ स्टोर किया जाता है। और इस साइलो दे विच स्टोर करने तो बाद उदा नेक्स्ट स्टेप की है? सर साइलो में स्टोर करने के बाद नीचे कन्वेयर लगा हुआ है, इसको हम चैन कन्वेयर, आगे आ जाओ चैन कन्वेयर बोलते हैं। इस चैन कन्वेयर के थ्रू ये मिल सेक्शन में जाता है ग्राइंडिंग के लिए। चैन कन्वेयर कहाँ पे है? ये सर चैन कन्वेयर है। अच्छा, इसके नीचे वाल लगे रहते हैं, ये चैन कन्वेयर है। ओके, इसमें चैन चलती है सर, ये इसके थ्रू सीधा जाता है और मिल सेक्शन में चला जाता है। वो सामने मिल सेक्शन लगा हुआ है, वहाँ पे इसका फाइन पार्टिकल बन जाता है। जो मिल होते हैं वो एक ग्राइंडर होते हैं और उसको ग्राइंड, जो राइस है उसको ग्राइंड कर दिया जाता है। ਚੱਕੀ ਲੱਗੀ ਉੱਥੇ। ਆਮ ਭਾਸ਼ਾ ਦੇ ਵਿੱਚ ਦੋਸਤੋ ਜਿਹੜਾ ਇਹ ਸਾਈਲੋ ਦੇ ਵਿੱਚੋਂ ਕਲੀਨ ਹੋ ਕੇ ਚਾਵਲ ਜਿਹੜਾ ਸੀਗਾ ਉਹ ਨੈਕਸਟ ਸਟੈਪ ਦੇ ਵਿੱਚ ਉਸ ਚੱਕੀ ਦੇ ਵਿੱਚ ਚਲਾ ਗਿਆ ਔਰ ਉਸ ਚੱਕੀ ਦੇ ਨਾਲ ਉਸ ਚਾਵਲ ਨੂੰ ਪੀਸ ਲਿੱਤਾ ਗਿਆ। ਮੈਂ ਠੀਕ ਕਰ ਰਿਹਾ? हाँ जी। और उसके बाद सर उसको, उसमें पानी, जब उसको आटा बन जाता है, आटा बनाने के बाद वहाँ एक साइलो लगा है, उसमें स्टोर करते हैं। बस वो उसमें एक कंटिन्यू प्रोसेस है, चलता रहता है। और ਆਟਾ, ਇਹ ਦੋ ਪ੍ਰੋਸੈਸ ਨੇ। ਪਹਿਲਾਂ ਅਨਲੋਡ ਹੁੰਦੀਆਂ ਗੱਡੀਆਂ ਇੱਥੇ, ਅਨਲੋਡ ਹੋਣ ਤੋਂ ਬਾਅਦ ਲਿਫਟ ਹੁੰਦੀਆਂ ਨੇ, ਸਫਾਈ ਹੁੰਦੀ ਹੈ, ਸਾਈਲੋ ਦੇ ਵਿੱਚ ਉਹਨਾਂ ਨੂੰ ਜਮ੍ਹਾਂ ਕਰ ਲਿੱਤਾ ਜਾਂਦਾ, ਸਟੋਰੇਜ ਕੀਤੀ ਜਾਂਦੀ ਹੈ। ਚੇਨ ਪ੍ਰੋਸੈਸ ਦੇ ਨਾਲ ਚੱਕੀਆਂ ਦੇ ਵਿੱਚ ਉਹ ਚਾਵਲ ਚਲੇ ਜਾਂਦਾ, ਉਸ ਨੂੰ ਪੀਸਿਆ ਜਾਂਦਾ। ਨੈਕਸਟ ਸਟੈਪ ਦੇ ਵਿੱਚ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਜੋ ਉਹ ਪੀਸਿਆ ਹੋਇਆ ਚਾਵਲ ਹੈ ਉਹਦਾ ਅੱਗੋਂ ਦੀ ਇਹ ਕੀ ਕਰਦੇ ਨੇ, ਉਹਦਾ ਨੈਕਸਟ ਸਟੈਪ ਕੀ ਹੈ। ਤੁਸੀਂ ਆਪਣੀ ਸਕਰੀਨਾਂ ਦੇ ਉੱਤੇ ਦੇਖ ਸਕਦੇ ਹੋ ਮਿਲ 1 ਲਿਖਿਆ ਹੋਇਆ ਹੈ। ਔਰ ਇਸ ਮਿਲ ਦੇ ਵਿੱਚ ਜੋ ਉਹ ਚਾਵਲ ਹੈ ਕਲੀਨ ਹੋਣ ਤੋਂ ਬਾਅਦ ਸਾਈਲੋ ਤੋਂ ਚੇਨ ਸਿਸਟਮ ਦੇ ਜ਼ਰੀਏ ਇਹਨਾਂ ਮਿਲਸ ਦੇ ਵਿੱਚ ਆਂਦਾ। ਮਿਲ ਨੂੰ ਆਸਾਨ ਕਰ ਦਵਾਂ ਤੁਹਾਡੇ ਲਈ ਤਾਂ ਇਹ 4 ਮਿਲਸ ਲੱਗੀਆਂ, ਮਿਲ 1, ਮਿਲ 2, ਮਿਲ 3, ਮਿਲ 4। ਔਰ ਆਸਾਨ ਭਾਸ਼ਾ ਦੇ ਵਿੱਚ ਜੇ ਇਹਨੂੰ ਸਮਝਣਾ ਹੋਵੇ ਤਾਂ ਇਹ ਚੱਕੀਆਂ ਨੇ, ਉਸ ਨੂੰ ਪੀਸਦੀਆਂ ਨੇ ਔਰ ਉਸ ਨੂੰ ਪੀਸਣ ਤੋਂ ਬਾਅਦ ਉਸ ਟੋਟੇ ਚਾਵਲ ਨੂੰ ਜੋ ਉਹਦਾ ਪ੍ਰੋਡਕਟ ਬਣਦਾ ਉਹਦੇ ਬਾਰੇ ਜਾਣਦੇ ਆ। ਉੱਥੋਂ ਚੇਨ ਸਿਸਟਮ ਤੋਂ ਤੁਸੀਂ ਉਸ ਨੂੰ ਚਾਵਲ ਨੂੰ ਇੱਥੇ ਲੈ ਆਏ, ਇੱਥੇ ਆ ਕੇ ਉਸ ਨੂੰ ਕੀ ਕੀਤਾ, ਉਸ ਤੋਂ ਬਾਅਦ ਕੀ ਹੁੰਦਾ? ये उसके बाद उसको आटे में कन्वर्ट कर देते हैं सर। धीरे धीरे वो उसको, जो हमको फाइन पार्टिकल जितना चाहिए होता है अपने स्टैंडर्ड के अनुसार, वो सेट करते हैं हम लोग। उसको सेट करने के बाद फिर इसको हम एक साइड आगे साइलो लगा है, उसमें स्टोर करते हैं। और स्टोर करने के बाद फिर उसको स्लैरी प्रिपरेशन। ਤੁਸੀਂ ਇੱਕ ਚੀਜ਼ ਕਹੀ ਕਿ ਤੁਹਾਨੂੰ ਉਹਦੇ 'ਚ ਵੀ ਕੁਝ ਦੇਖਣਾ ਹੁੰਦਾ ਕਿ ਤੁਹਾਨੂੰ ਕਿਹੜਾ ਫਾਈਨ ਪ੍ਰੋਡਕਟ ਚਾਹੀਦਾ। ਇਹਦੇ 'ਚ ਵੀ ਕੁਝ ਲੈਵਲਸ ਹੁੰਦੇ ਆ? हाँ, कुछ उसके स्टैंडर्ड होते हैं। क्या ਕੀ ਸਟੈਂਡਰਡਸ ਹੁੰਦੇ ਔਰ ਕਿਹਦੇ ਲਈ ਯੂਜ਼ ਹੁੰਦੇ ਆ? मतलब कि चावल ऐसा नहीं हो कि वो चावल मोटा हो, ज़्यादा बारीक हो जाए, तो वो एक पार्टिकल साइज मेंटेन करना पड़ता है उसके लिए। स्टैंडर्ड साइज है ग्रेनुलर साइज का। तो उसके लिए सीब होती हैं अलग से, जो जालियाँ होती हैं, वो उसमें हम छान के उसको देखते हैं, तो उससे हमको पता चल जाता है कि ये हमारे स्टैंडर्ड में अब फिट है। उसके बाद हम फिर उसको स्लैरी प्रिपरेशन के लिए लेके जाते हैं। स्लैरी प्रिपरेशन? हाँ जी। ये आगे स्लैरी क्या होता है? स्लैरी पानी और आटा और एंजाइम। जब ਇਹਨੂੰ ਤੁਸੀਂ ਆਟਾ ਕਹਿੰਦੇ ਪਿਓ ਹੁਣ, हाँ जी, ਇਹਨੂੰ ਚਾਵਲ ਕਹਿਣਾ ਛੱਡ ਦਈਏ, ਇਹਨੂੰ ਆਟਾ ਕਹੋਗੇ? अब इसके बाद ये आटा हो जाता है सर। ਆਟਾ ਹੋ ਗਿਆ, ਪੀਸਣ ਤੋਂ ਬਾਅਦ ਇਹ ਆਟਾ ਬਣ ਗਿਆ। पिसन के बाद ये आटा हो गया। अब आटे से हम, स्लैरी प्रिपरेशन? हाँ जी, स्लैरी प्रिपरेशन। स्लैरी प्रिपरेशन में आटा, पानी। ਇਹ ਟੈਕਨੀਕਲੀ स्लैरी ਦਾ ਕੀ ਮਤਲਬ ਹੈ? टेक्निकली स्लैरी का मतलब ये है कि उसमें जो स्टार्च है, आपका जो स्टार्च पार्टिकल है, वो पानी के अंदर हमको डिसोल्व करना होता है। तो जब वो डिसोल्व हो जाता है तो हम उसमें फिर कुछ एंजाइम का डोज करते हैं।
जिसको अल्फा माइलेज बोलते हैं। वो एंजाइम क्या करता है, उस स्टार्च की चेन को, जो ग्लूकोज की एक लंबी चेन होती है, उसको स्मॉल चेन में कन्वर्ट कर देता है, ਮਤਲਬ ਉਹਨੂੰ ਬ੍ਰੇਕ ਡਾਊਨ ਕਰਦਾ ਹੈ। ब्रेक डाउन कर देता है। ਜਿਵੇਂ ਸਾਡਾ ਬਾਡੀ ਦਾ ਸਟਰਕਚਰ ਹੈ, ਡਾਈਜੈਸ਼ਨ ਸਿਸਟਮ ਹੈ, ਅਸੀਂ ਕੁਝ ਖਾਂਦੇ ਆ ਤਾਂ ਜਦੋਂ ਉਹ ਸਾਡੇ ਲਾਰਜ ਇੰਟੈਸਟਾਈਨ ਤੱਕ ਪਹੁੰਚਦਾ ਜਾਂ ਸਮਾਲ ਇੰਟੈਸਟਾਈਨ ਤੱਕ ਪਹੁੰਚਦਾ ਤਾਂ ਐਂਜ਼ਾਈਮ ਕੰਮ ਕਰਦੇ ਆ, ਉਸ ਖਾਣੇ ਨੂੰ ਬ੍ਰੇਕ ਡਾਊਨ ਕਰਦੇ। ਉਸੇ ਤਰੀਕੇ ਦੇ ਨਾਲ ਇਹ ਜੋ ਆਟਾ ਤਿਆਰ ਹੋ ਗਿਆ, ਉਸ ਆਟੇ ਨੂੰ ਅੱਗੇ ਸਲੈਰੀ ਪ੍ਰਿਪਰੇਸ਼ਨ ਲਈ ਭੇਜਿਆ ਜਾਂਦਾ, ਜਿੱਥੇ ਉਹਦੇ ਤੇ ਐਂਜ਼ਾਈਮ ਕੰਮ ਕਰਦੇ ਆ, ਗਲੂਕੋਜ਼ ਦੀ ਚੇਨ ਹੁੰਦੀ ਹੈ, ਉਹਨੂੰ ਬ੍ਰੇਕ ਡਾਊਨ ਕਰਦੇ। ਸਹੀ ਕਹਿ ਰਹੇ ਮੈਂ? ਅੱਛਾ। और सलैरी प्रिपरेशन तो बाद की हुंदा है? स्लैरी प्रिपरेशन के बाद लिक्विफिकेशन आता है। सलैरी प्रिपरेशन तो बाद एल्टी टैंक होता है, लिक्विफिकेशन टैंक। अच्छा, उस आटे तो तुसी हुन फिर इनू लिक्विड बनाना? हाँ, लिक्विफाई करते हैं सर, ताकि वो पंप के द्वारा उसको आगे पंपिंग करने के लिए समस्या ना आए। क्योंकि ਇਹ ਨੈਕਸਟ ਸਟੈਪ ਹੈ, ਇਹ ਤੀਜਾ ਸਟੈਪ ਸੀਗਾ। ਚੌਥੇ ਸਟੈਪ ਦੇ ਵਿੱਚ ਕੀ ਹੁੰਦਾ ਹੈ? ਇਸ ਆਟੇ ਦੀ ਲਿਕੁਈਫਿਕੇਸ਼ਨ ਹੁੰਦੀ ਹੈ, ਭਾਵ ਜਾਂ ਇਹਨੂੰ ਸਮਝਣਾ ਹੋਵੇ ਦਾ ਅਰਥ ਇਹ ਹੈ, ਮੀਨਿੰਗ ਇਹ ਹੈ ਇਹਦਾ ਕਿ ਇਸ ਨੂੰ ਲਿਕੁਇਡ ਦੇ ਵਿੱਚ ਕਨਵਰਟ ਜਾਂ ਟਰਾਂਸਫਾਰਮ ਕੀਤਾ ਜਾਂਦਾ। ਹੁਣ ਉਹ ਦੇਖਦੇ ਆ ਉਹ ਕਿਸ ਤਰੀਕੇ ਦੇ ਨਾਲ ਕਰਦੇ ਆ। ਸਤੀਸ਼ ਜੀ ਨੇ ਦੱਸਿਆ ਸੀਗਾ ਸਲੈਰੀ ਪ੍ਰੈਪਰੇਸ਼ਨ ਦੇ ਬਾਰੇ, ਔਰ ਉਹ ਕੀ ਹੈ? ਇਹ ਚੌਥਾ ਸਟੈਪ ਹੈ। ਇਸ ਦੇ ਵਿੱਚ ਕੀ ਹੁੰਦਾ ਕਿ ਸਲੈਰੀ ਪ੍ਰੈਪਰੇਸ਼ਨ ਤੋਂ ਬਾਅਦ ਲਿਕੁਈਫਿਕੇਸ਼ਨ ਹੁੰਦੀ ਹੈ, ਉਸ ਨੂੰ ਲਿਕੁਇਡ ਬਣਾਇਆ ਜਾਂਦਾ, ਲਿਕੁਈਫਾਈ ਕੀਤਾ ਜਾਂਦਾ। ਕੀਤਾ ਕਿਵੇਂ ਜਾਂਦਾ ਹੈਗਾ? ਉੱਥੋਂ ਜਿਹੜਾ ਆਟਾ ਸੀਗਾ ਉਹ ਇੱਥੇ ਪਹੁੰਚ ਗਿਆ। हाँ जी, ਇਸ ਤੋਂ ਬਾਅਦ ਕੀ ਹੁੰਦਾ? आटे में पानी, आटा और पानी दोनों मिलकर स्लैरी बोलते हैं हम उसको। स्लैरी के बाद क्या होता है कि हम उसमें एंजाइम डाल देते हैं, वो स्मॉल चेन में ब्रेक डाउन हो जाता है उसका। एंजाइम केड़ा वरतते हो तुसी? एंजाइम अल्फा माइलेज एंजाइम होता है। हाँ जी, तो वो उसको डिग्रेड कर देता है लॉन्ग चेन को। फिर उसके बाद हम बाया पंप लिक्विफिकेशन टैंक में आता है। वो पहले टैंक तो ਇੱਥੇ ਆ ਗਿਆ, ਦੂਜੇ ਚ ਆ ਗਿਆ। हाँ जी, दूसरे में आ गया, ਦੂਜੇ ਤੋਂ ਬਾਅਦ ਤੀਜੇ। दूसरे के बाद तीसरे में आता है सर। उसके बीच इसमें एक जेट कुकिंग होती है, जेट कुकिंग जेट कुकिंग प्रोसेस होता है। उसमें कोई मोटा पार्टिकल है या कोई और, तो वो कुकिंग प्रॉपर हो जाती है, इसलिए हम उसमें थोड़ा सा स्टीम का इस्तेमाल करते हैं। तो एक टेम्परेचर मेंटेन करते हैं उसमें। वो टेम्परेचर मेंटेन होने के बाद वो उसमें फिर उसके बाद इस टैंक में आ जाता है, इसको बोलते हैं लिक्विफिकेशन टैंक। इसमें फिर जो हमारी जो कुछ चैन थी ग्लूकोज की, वो और स्मॉल चैन में आ जाती है। फिर बस उसके बाद क्या होता है, ये लिक्विफाई हो जाता है, और लिक्विफाई होने के बाद ये पंप से हम ट्रांसफर फर्मेंटर में कर देते हैं इसको। फ्रेगमेंटेशन वो भी एक प्रोसेस है, और फ्रेगमेंटेशन ਦਾ ਇਹੀ ਪਲਾਂਟ ਹੈ ਨਾਲ ਵਾਲਾ? हाँ, फर्मेंटेशन ये यही है, फर्मेंटर है। ਇੱਥੇ ਟ੍ਰਾਂਸਫਰ ਕਰ ਦਿੰਦੇ ਹੋ, ਉਸ ਤੋਂ ਬਾਅਦ ਕੀ ਕਰਦੇ ਹੋ ਉਹਦਾ? उसके बाद सर उसमें ਮੈਨੂੰ ਇੱਕ ਚੀਜ਼ ਦੱਸੋ, ਇਹਦੇ ਚ ਤੁਸੀਂ ਕਹਿ ਰਹੇ ਹੋ ਕਿ ਪਾਣੀ ਨੂੰ ਅਲੱਗ ਕਰਤਾ ਤੁਸੀਂ ਉਤੋਂ? नहीं, पानी अलग नहीं करते, पानी मिक्स करते हैं सर आटे में, ਆਟੇ ਚ ਪਾਣੀ ਮਿਕਸ ਕਰਤਾ ਤੁਸੀਂ? मिक्स करते हैं। ਅੱਛਾ, ਔਰ ਉਸ ਤੋਂ ਬਾਅਦ ਉਹ ਆਟਾ ਤੇ ਪਾਣੀ ਜਿਹੜਾ ਮਿਕਸ ਹੁੰਦਾ ਉਹ ਇੱਚ ਆ ਜਾਂਦਾ? हाँ, वो इसमें वो दोनों स्लैरी, उसको स्लैरी बोल देते हैं हम। आटा और ਐਂਜ਼ਾਈਮ ਪਾ ਕੇ ਤੁਸੀਂ ਉਸ ਦੇ ਵਿੱਚ ਹਾਂ। ਉਸ ਨੂੰ ਬ੍ਰੇਕ ਡਾਊਨ ਕਰਕੇ ਆਟੇ ਤੇ ਪਾਣੀ ਨੂੰ ਇਹ ਫ੍ਰੈਗਮੈਂਟੇਸ਼ਨ ਟੈਂਕ ਦੇ ਵਿੱਚ ਲੈ ਆਏ, इस फर्मेंटर में ले आते हैं, उसको हम स्लैरी बोलते हैं। ਸਲੈਰੀ ਬੋਲਦੇ ਹੋ। हाँ। ਔਰ ਇਹਦਾ ਕੀ ਕੰਮ ਹੈ? इसका काम ये है, जब वो उसमें जो ग्लूकोज होता है, तो जब वो इसमें आता है तो हम उसके साथ में ये कल्चर यूज करते हैं, जिसको कल्चर? हाँ, ईस्ट बोलते हैं। ਈਸਟ? माइक्रोब्स होता है वो हम ਇਹਦੇ ਚ ਈਸਟ ਵਰਤਦੇ ਹੋ ਤੁਸੀਂ? ईस्ट बरतते हैं हम। वो ईस्ट क्या करता है, उसमें जो शुगर होती है, ग्लूकोज होता है, उसको अल्कोहल में कन्वर्ट करता है। तो वो एक बायोलॉजिकल रिएक्शन है। वो बायोलॉजिकल रिएक्शन इसमें लगातार चलती रहती है। ये बैच प्रोसेस सिस्टम है। ਕਿੰਨੇ ਪਰਸੈਂਟ ਕਿੰਨੇ ਫੀਸਦ ਇਹਦੇ ਚ ਬਣ ਜਾਂਦੀ ਹੈ इसमें ਅਲਕੋਹਲ सर- ਸ਼ਰਾਬ? इसमें 14 ਇਹਦਾ ਟੈਕਨੀਕਲ ਸ਼ਬਦ ਹੈਗਾ ਕੋਈ ਅਲਕੋਹਲ ਦਾ? इथाइल अल्कोहल बोलते हैं सर। ਇਥਾਈਲ ਅਲਕੋਹਲ। हाँ जी, ਕਿੰਨੇ ਪਰਸੈਂਟ ਬੰਦੀ ਹੈ ਇਹਦੇ? इसमें सर 14 से 16% के बीच में बन जाती है। ਮਤਲਬ ਉਹ ਸ਼ਰਾਬ ਹੁੰਦੀ ਜਿਹੜੀ ਬੰਦਾ ਕੰਜ਼ਿਊਮ ਪੀ ਸਕਦਾ? नहीं सर, यहाँ नहीं पी सकता, यहाँ वो स्लैरी में मिक्स है। यानी अब इसके बाद इसका एक नया नाम होगा, फर्मेंटेड बास। फर्मेंटेड बास। हाँ जी, अब जब ये फर्मेंटर में आ गई तो इसको एक नया नाम मिल जाएगा, फर्मेंटेड बास। ਇਹ ਚੋਂ ਤੁਸੀਂ 17% ਕੱਢ ਲਈ? हाँ, इसमें सर 14 से 16% के बीच। 14 ਤੋਂ 16% ਤੁਸੀਂ ਇਹ ਚੋਂ ਐਲਕੋਹਲ ਕੱਢ ਲਈ ਹੈ, ਪਰ ਉਹਦੇ ਚੋਂ ਦੋ ਚੀਜ਼ਾਂ ਨਿਕਲ ਆਈਆਂ ਨਾ, ਇੱਕ ਤਾਂ ਸ਼ਰਾਬ ਆ ਗਈ, हाँ ਇੱਕ जी। ਜਿਹੜਾ ਪਿੱਛੇ ਰਹਿ ਗਿਆ एक ਵੇਸਟ। उसमें वेस्ट है? हाँ, वेस्ट नहीं है सर, वो प्रोटीन कंटेंट है। ਉਹ ਪ੍ਰੋਟੀਨ ਹੈ। हाँ जी, ਅੱਛਾ। तो वो उसके बाद फिर फर्मेंटर से जब वो उसको तैयार होने के लिए 60-70 घंटा लग जाता है फर्मेंटर में। उसके बाद जब वो हम देख लेते हैं कि रिएक्शन खत्म हो गया, अब फर्मेंटर हमारा रेडी है, उसके बाद हम उसको डिस्टिलेशन के लिए लेके जाते हैं। डिस्टिलेशन, वो नेक्स्ट ਜਿਹੜਾ प्लांट है वो वो डिस्टिलेशन? डिस्टिलेशन है सर। अच्छा। और वहाँ पे डिस्टिलेशन में हम जो अल्कोहल है 14%, उसको 96% में कन्वर्ट कर देते हैं।
और ਉਹ 9 ਕਿੱਦਾਂ ਕਰਦੇ ਹੋ 14% ਨੂੰ 96 ਚ ਕਿਵੇਂ? क्योंकि ये अभी यहाँ पे जो था ये 14% अल्कोहल था वास के अंदर, वहाँ पे हम इसको वास से सेपरेट कर देते हैं, ये दो पार्ट में हो जाता है। स्पेंट एक वहाँ पे एक नया नाम मिलेगा स्पेंट वास, जो प्रोटीन कंटेंट होगा, और जो हल्का पार्ट है अल्कोहल वो सेपरेट हो जाएगा उससे। तो वो ਮਤਲਬ ਜਿਹੜਾ ਹਲਕਾ ਪਾਰਟ ਤੁਸੀਂ ਕਹਿ ਰਹੇ ਹੋ ਐਲਕੋਹਲ ਸ਼ਰਾਬ ਨੂੰ, ਉਹ ਬਣਾਇਆ ਹੀ ਬੰਤਰ ਹੀ ਉਹਦੀ ਇਸ ਤਰੀਕੇ ਨਾਲ ਕਿ ਵੈਕਿਊਮ ਖਿੱਚਦਾ ਹੀ ਹਲਕੇ ਪਾਰਟ। हाँ, वो वैक्यूम सिस्टम है वहाँ पे, तो जो हल्का पार्ट होता है उसको वैक्यूम अपनी तरफ खींच लेता है। ਸ਼ਰਾਬ ਜਿਹੜੀ ਹੈਗੀ ਉਹ ਤੋਂ ਕਿੰਨੇ % ਨਿਕਲਾ ਹੀ ਬਾਹਰ? बाहर वहाँ पे वो हो जाएगी करीब 96% का हो जाता है। 96% 14 ਚੋਂ ਤੁਸੀਂ ਇਸ ਪ੍ਰੋਸੈਸ ਦੇ प्योरिटी बढ़ा देते हैं वहाँ पे। ਓਕੇ वहाँ पे ਉਹ ਪੀ ਸਕਦਾ ਬੰਦਾ? नहीं सर, वो भी नहीं पी सकता है, वो भी पीने योग्य नहीं है, क्योंकि ईएनए प्लांट नहीं है, ये एथेनॉल प्लांट है। ਇਹ ਐਥਨੋਲ ਪਲਾਂਟ ਤੇ ਜਿਹੜੀ ਉਹ 96% ਤੁਸੀਂ ਲੈ ਲਈ ਸ਼ਰਾਬ ਬਣ ਗਈ ਤੁਹਾਡੀ, ਐਲਕੋਹਲ ਤਿਆਰ ਹੋ उसको ਗਈ। बोलते हैं आरएस, आरएस मतलब रेक्टिफाइड स्प्रिट, वो 96% का होता है। फिर उस 96% को एथेनॉल कॉलम में फीड किया जाता है, उसको बोलते हैं रिकवरी कॉलम। फिर वहाँ पे एथेनॉल बनाने के लिए एक रिकवरी कॉलम है, 2 बेड लगे हुए हैं, मोलसीप बेड बोलते हैं उसको, जो इसमें से जो 96% हमारा अल्कोहल है, इसमें से वो जो 4% पानी है उसको भी खींच अलग कर देते हैं हम लोग, और ये हमारा 99.8 99.9% की प्योरिटी का एथेनॉल बन जाता है। ਇੱਥੋਂ ਤੁਸੀਂ ਐਥਨੋਲ ਤਿਆਰ ਕਰ ਲਈ। हाँ, उधर हमारा अब 99.8 का गवर्नमेंट का जो रिक्वायरमेंट है, ये स्टैंडर्ड वही है, 98.9 ਜਿਹੜਾ ਹੈਗਾ ਇਹ ਗਵਰनमेंट ਦੇ नॉर्म्स ਦੇ मुताबिक के मुताबिक है। इसकी इतनी प्योरिटी हमको चाहिए ही चाहिए होती है, नहीं तो वो फिर सैंपल फेल हो जाएगा। मतलब लास्ट प्रोसेस ਸੀਗਾ इथेनॉल ਇੱਥੋਂ ਤਿਆਰ होगी। एथेनॉल तैयार हो गया सर। एथेनॉल तैयार होने के बाद जो आप वेस्ट बोल रहे हैं, जिसको कह रहे प्रोटीन कंटेंट, वो प्रोटीन कंटेंट डिकेंटेशन के लिए चला जाता है। वो डिकेंटेशन का ड्रायर एंड डिकेंटेशन सिस्टम लगा है। अच्छा हाँ, और वो जो प्रोटीन कंटेंट है और जो वो जो 98 99.8 का जो अल्कोहल है वो वहां से बनने के बाद स्टोरेज में चला जाता है। जो वहाँ पे स्टोरेज थी जहाँ पे वो ताला लगा एक्साइज जहाँ वाले पे वो आके, ताला लगा है वो रिसीवर है, उस रिसीवर में जाता है, उस रिसीवर में वो अगले दिन रिसीवर चेंज होता है, फिर दूसरा लगता है। जब वो अब मुझे आप ਮੈਨੂੰ ਇਹ ਦੱਸੋ ਇਹ ਇਥਨॉल जो है ਵਰਤੀ ਕਿੱਥੇ ਜਾਂਦੀ ਹੈ, ਕਿੱਥੇ ਕਿੱਥੇ ਇਸਤੇਮਾਲ ਹੁੰਦੀ ਹੈ? सर ये एथेनॉल भारतीय पेट्रोलियम, इंडियन ऑयल, एचपीसीएल, तीनों कंपनियों को जाता है। वो हमको रिक्वायरमेंट भेजते हैं कि आपको यहाँ हमारे प्लांट में इस डिपो पे ये मटेरियल भेजना है एथेनॉल। ਸਤੀ ਜੀ ਇੱਕ ਚੀਜ਼ ਦੱਸੋ, वहाँ पे ਜਿਹੜੇ ਬਾਹਰ ਪ੍ਰਦਰਸ਼ਨ ਕਰਦੇ ਪਏ ਧਰਨਾਕਾਰੀ ਉਹ ਕਹਿੰਦੇ ਆ ਕਿ ਇਥਨॉल ਜਿਹੜੀ ਹੈਗੀ ਹੈ ਉਹ ਡਾਇਰੈਕਟਲੀ ਅੰਡਰਗਰਾਉਂਡ ਕੀਤੀ ਗਈ ਹੈ, ਥੱਲੇ ਸੁੱਟੀ ਗਈ ਹੈ, ਬੋਰ ਕੀਤੇ ਗਏ ਆ ਔਰ ਉਹਨੇ ਪਾਣੀ ਨੂੰ ਖਰਾਬ ਕੀਤਾ, ਦੂਸ਼ਿਤ ਕੀਤਾ, ਜ਼ਹਿਰ ਬਣਾਤਾ। ਤੁਸੀਂ ਕਹਿੰਦੇ ਪਏ ਹੋ ਕਿ 98.9% ਜਿਹੜੀ ਹੈਗੀ ਤੁਸੀਂ ਇਥਨॉल ਕੱਢ ਲਈ, ਸਟੋਰ ਕਰ ਲਈ। ਇਹਦੇ ਚ ਜਿਹੜੀ ਵੇਸਟ ਸੀਗੀ, ਵੇਸਟ ਕਿੱਥੇ ਆ? ਉਹ ਵੇਸਟ ਕਿੱਥੇ ਗਿਆ ਜਿਹੜਾ 98.9 ਤੋਂ ਬਾਅਦ ਜਿਹੜਾ ਕਹਿ ਲਓ ਕਿ ਨੀਅਰ ਅਬਾਊਟ 2% ਸੀਗਾ, ਉਹ ਕੀ ਹੈ? वो पानी है सर। ਔਰ ਉਹ ਪਾਣੀ ਕਿੱਥੇ ਜਾਂਦਾ? 99.8% तो प्योरिटी हो गया उसका, बाकी उसमें पानी रहेगा। उसके बाद जो ये तो स्टोरेज में चला गया, उसके बाद जो प्रोटीन कंटेंट है बाकी सब उसमें जाएगा ड्रायर और डिकेंटेशन के लिए। ਜਿਹੜਾ 2% ਪਾਣੀ ਹੈ ਉਹ ਕਿੱਥੇ ਜਾਏਗਾ? नहीं, 0.2% पानी है, वो जो 0.2% है वो सीधे चला जाएगा इंडियन ऑयल, जो उनकी रिक्वायरमेंट है इतनी ही है हमको कि 99.8% प्योरिटी का ही हमको देना है। ਨਹੀਂ ਨਹੀਂ, ਜਿਹੜਾ ਪਾਣੀ ਪਿੱਛੇ ਤੁਸੀਂ ਕਹਿ ਰਹੇ ਹੋ 98.9 ਤੋਂ ਬਾਅਦ ਜਿਹੜਾ ਰਹਿ ਗਿਆ, ਬਚ ਗਿਆ ਪਾਣੀ, ਉਹ ਉਹਦਾ ਕੀ ਕਰਦੇ ਹੋ? ਜਿਹੜਾ ਪ੍ਰੋਟੀਨ ਕੰਟੈਂਟ ਹੈ ਉਹ ਨੈਕਸਟ ਸਟੈਪ ਦੇ ਵਿੱਚ ਚੱਲ ਗਿਆ ਨਾ, ਡੀਕੈਂਟੇਸ਼ਨ ਕਹਿੰਦੇ नहीं, ਹੁੰਦੇ। वो इधर सर क्या होगा ना, इधर 2 ही पार्ट निकलेगा, एथेनॉल और प्रोटीन कंटेंट। एथेनॉल स्टोरेज में चला गया, बात खत्म हो गया, और प्रोटीन कंटेंट डिकेंटर के लिए चला गया। अब पानी सब उधर गया, जो भी हमारा पानी है हाँ डिकेंटेशन के लिए चला गया। ਤੁਹਾਡੇ ਕਹਿਣ ਦਾ ਕੀ ਮਤਲਬ ਹੈ? ਚਾਰ ਸਟੈਪ ਦੇ ਵਿੱਚ ਤੁਸੀਂ ਕਹਿੰਦੇ ਪਏ ਕੋਈ ਗੈਪ ਨਹੀਂਗਾ, ਕੋਈ ਕਿਤੇ ਵੇਸਟੇਜ ਨਹੀਂ ਹੈਗੀ। हाँ, कोई गैप नहीं है सर बीच में। हाँ जी, और एथेनॉल को आप हमारा मेन कंटेंट है, तो हम उसको मतलब जमीन में तो कोई नहीं डालता है सर उसको, और ऐसा कोई सिस्टम नहीं लगा है कि हम उसको जमीन में डालें। वो हमारा एक्टिव कंटेंट है, उसी के लिए तो इतना बड़ा सिस्टम लगा है। कितने का बिकता है ये इथेनॉल आप? एथेनॉल का सर अभी 58.5 रुपीज़ का है पर लीटर? 58.5 रुपीज़, मतलब 58.5 रुपये 58.8 रुपए लीटर। लीटर। और ये जाता है पेट्रोल में मिलाने के लिए, ब्लेंडिंग के लिए।
ਜਿਹੜੇ ਤੁਸੀਂ ਡੀਕੈਂਟੇਸ਼ਨ ਕਹਿੰਦੇ ਪਏ ਹੋ ਉਹ 'ਚ ਜਿਹੜਾ ਪ੍ਰੋਟੀਨ ਤੁਸੀਂ ਯੂਜ਼ ਕਰ ਰਹੇ ਹੋ ਉਹ ਕੀ ਹੈ ਉਹਦੇ ਬਾਰੇ ਦੱਸੋ। जो डिकेंटेशन सेक्शन है वहाँ पे डिकेंटर लगे होते हैं, अल्फा लेवल के डिकेंटर हैं। जो डिकेंटर होते हैं वो एक सेंट्रीफ्यूज मशीन है। उसमें क्या होता है कि जो भारी पार्टिकल होता है वो सेपरेट हो जाता है और जो हल्का पार्टिकल है वो एक साइड में निकल जाता है। उसमें से दो स्टीम निकलती है वहाँ पे डिकेंटर से। जब दो स्टीम निकलती हैं तो एक स्टीम तो डायरेक्ट ड्रायर को चला जाता है, उसको हम बैट केक बोलते हैं। और बैट केक बनने के बाद एक थिन स्लोप निकलता है सर। तो वो थिन स्लोप जो हमारा एथेनॉल प्लांट है इसी में एमई प्लांट लगा है, मल्टी इफेक्ट इवोपरेटर। ये मल्टी इफेक्ट इवोपरेटर हाई वैक्यूम पे डिज़ाइन होता है, वैक्यूम। और उस वैक्यूम में क्या होता है, जो भी उसके अंदर पानी है उस पानी को ये सेपरेट कर देता है। यहाँ पे सर्कुलेशन चलता है और जैसे ही सर्कुलेशन चलता है लगातार, जैसे कपड़े से पानी उड़ जाता है वैसे ये पानी को हाई वैक्यूम में अपनी तरफ सेपरेट कर देता है और जो इवेपोरेट होता है पानी। इवोपरेट हो जाता है, इसलिए इसको इवोपरेटर ही बोलते हैं। ਯਾਰ ਇੱਕ ਚੀਜ਼ ਦੱਸੋ, ਬੜਾ ਰੌਲਾ ਪੈ ਰਿਹਾ ਬਾਹਰ ਕਿ ਤੁਸੀਂ ਡੂੰਘੇ ਬੋਰ ਕੀਤੇ ਹੋਏ ਆ ਇੱਥੇ ਅੰਦਰ ਇਸ ਫੈਕਟਰੀ ਦੇ ਵਿੱਚ। ਉਹ ਡੂੰਘੇ ਬੋਰਾਂ ਦਾ ਰਾਜ਼ ਕੀ ਹੈ, ਰਹੱਸ ਕੀ ਹੈ, ਸੀਕ੍ਰੇਟ ਹੈ ਕੀ ਹੈ, ਉਹ ਤੋਂ ਪਰਦਾ ਕੋਈ ਪਰਦਾ ਹੈਗਾ ਚੁੱਕਣ ਵਾਲਾ ਜਾਂ ਨਹੀਂ ਹੈਗਾ? नहीं सर, कोई पर्दा नहीं है, ऐसा कोई बोरवेल नहीं है और ना ही ऐसी कोई क्रियाविधि यहाँ है कि हम ऐसा कुछ यहाँ पे हुआ हो। अभी तो फिलहाल नहीं है ऐसा सर। ਮੈਨੂੰ ਇੱਕ ਚੀਜ਼ ਦੱਸੋ, ਜਦੋਂ ਮੈਂ ਬਾਹਰ ਕੰਪਨੀ ਦੇ ਗੇਟ ਤੇ ਖੜਾ ਹੋ ਕੇ ਤੁਹਾਡਾ ਨਕਸ਼ਾ ਵੇਖਦਾ ਹੈਗਾ ਤੇ ਕੁੱਲ ਮਿਲਾ ਕੇ ਉੱਥੇ 53 ਪੁਆਇੰਟਸ ਨੇ, 1 ਤੋਂ ਲੈ ਕੇ 53 ਤੱਕ ਪੁਆਇੰਟਸ ਨੇ ਨਕਸ਼ੇ ਦੇ ਉੱਤੇ ਦਿੱਤੇ ਹੋਏ ਆ, ਜਿਹਦੇ ਵਿੱਚ ਅਲੱਗ-ਅਲੱਗ ਬੋਇਲਰਸ ਦੀ ਥਾਂ ਦੱਸੀ ਹੋਈ ਹੈ, ਕਿੱਥੇ ਜਿੱਥੇ CO2 ਬਣਦੀ ਪਈ ਹੈ, ਜਿਹੜੀ ਅੱਗੇ ਜਾ ਕੇ ਤੁਸੀਂ ਕਹਿੰਦੇ ਹੋ ਕਿ ਅਸੀਂ ਕੋਲਡ ਡਰਿੰਕਸ ਬਣਾਉਣ ਵਾਲੀਆਂ ਕੰਪਨੀਆਂ ਨੂੰ ਦੇ ਦਿੰਦੇ ਆ। ਇਹੋ ਜਿਹੇ 53 ਪੁਆਇੰਟਸ ਨੇ ਔਰ ਉਹਨਾਂ 53 ਪੁਆਇੰਟਸ ਦੇ ਵਿੱਚ ਇੱਕ ਜਿਹੜਾ ਪੁਆਇੰਟ ਸੀਗਾ, ਆਈ ਗੈਸ 29ਵਾਂ ਪੁਆਇੰਟ ਸੀ, ਉਹ ਉੱਥੇ ਲਿਖਿਆ ਹੋਇਆ ਸੀਗਾ ਜਿੱਥੇ ਐਸ਼ ਦਾ ਵੇਸਟ ਜਿਹੜਾ ਹੈਗਾ ਉਹ ਤੁਸੀਂ ਇਕੱਠਾ ਕਰਦੇ ਹੋ। ਔਰ ਉਹੀ ਜਿਹੜੇ ਪਿੰਡ ਨਾਲ ਦੇ ਲੱਗਦੇ ਪਏ ਨੇ ਉਹਨਾਂ ਨੇ ਕਿਹਾ ਕਿ ਉਹ ਐਸ਼ ਜਿਹੜੀ ਸੀਗੀ ਉੱਡ ਕੇ ਆਈ, ਉਹਨਾਂ ਨੇ ਆ ਕੇ ਉਸ ਐਸ਼ ਨੇ ਆ ਕੇ ਸਾਡਾ ਨੁਕਸਾਨ ਕੀਤਾ। ਉਹ ਐਸ਼ ਕੀ ਹੈ, ਉਹ ਸਵਾਹ ਕੀ ਹੈ? जो ऐसा है वो जो हमारा छिलका है, हस्क है, इसको स्टीम बनाने के बाद जो बच जाता है जलने के बाद वो ऐश होती है। इसमें क्या है, जो हमारा ये बॉयलर का चिमनी है इसमें हमारे पास ESP सिस्टम लगा हुआ है सर। ESP की ਹੁੰਦੀ ਹੈ? ये इलेक्ट्रोस्टैटिक प्रेसिपिटेटर होता है। तो ये क्या करता है, जो हल्का सा भी हैवी पार्टिकल होता है उसको अपने अपने ट्रैप कर लेता है अपने अंदर और कोई भी पार्टिकल हवा में नहीं जाने देता है। तो इससे धुआं मतलब पार्टिकल बाहर निकले ऐसा होता नहीं। और गवर्नमेंट के भी रूल हैं और इसको ऑनलाइन डाटा भी जाता है इसका, जो भी इसके नॉर्म्स हैं कि भाई इतने साइज का पार्टिकल ही बाहर जा सकता है। तो ਇਹ ਚਿਮਨੀ ਪਿੱਛੇ ਜਿਹੜੀ हाँ, ਚਿਮਨੀ इसकी ਇਹ ਕਿੰਨੇ ਲੰਬਾਈ ਕੀ ਹੈ ਇਹਦੀ? इसकी 65 मीटर हाइट है सर। 65 ਮੀਟਰ ਲੰਬਾਈ। ਆਓ ਜਰਾ ਨਾਲ ਆਓ। इसकी 65 मीटर हाइट है। ये ESP सिस्टम लगा हुआ है। तो इसमें से पार्टिकल ਨਹੀਂ ਇੱਥੋਂ ਨਿਕਲਦਾ ਕੀ ਹੈ, ਇੱਥੋਂ ਇਹ ਸਵਾਹ ਕਿੱਥੋਂ ਬਣਦੀ? ਤੁਸੀਂ ਮੈਨੂੰ ਦੱਸਿਆ ਕਿ ਜਿਹੜੀ ਇਥਨੋਲ ਤੁਸੀਂ ਬਣਾ ਰਹੇ ਹੋ ਉਹਦੇ 'ਚ ਤੁਸੀਂ ਕਹਿ ਰਹੇ ਹੋ ਕਿ ਵੇਸਟੇਜ ਹੈ ਨਹੀਂ ਹੈ, ਲੇਕਿਨ ਜਿਹੜੀ ਇਹ ਸਵਾਹ ਤਿਆਰ ਹੁੰਦੀ ਜਿਹੜੀ ਉੱਡ ਕੇ ਕਹਿੰਦੇ ਪਿੰਡ ਵਾਲੇ ਕਹਿੰਦੇ ਪਿੰਡਾਂ 'ਚ ਆ ਗਈ, ਖੇਤਾਂ 'ਚ ਆ ਗਈ, ਇਹ ਤਿਆਰ ਕਿੱਥੋਂ ਹੋਈ ਸੀ? ये सर जो ये हस्क होती है इसे जो स्टीम बनाने के लिए इसको जलाना पड़ता है बॉयलर के अंदर, फर्नेस में जलती है। क्या बनाने के लिए? स्टीम बॉयलर में जो स्टीम पानी से जो स्टीम बनाते हैं। और ये की है ये तो सर ड्रेनिंग सिस्टम है कंपनी का, ड्रेनिंग सिस्टम है। ड्रेनिंग सिस्टम जांदा किथे है वाला? ये सब ETP में जाएगा सर। हाँ, और वो ATP की आगे जी? ETP में सर ट्रीटमेंट होने के बाद ये सब रिसाइकल हो जाएगा। हाँ जी। ये तो नहीं पिंड वाले जिन्हों बोर कहते इत्थे तो नहीं? नहीं सर, ये नहीं है। ये तो जो बारिश आएगी, बारिश का पानी इनमें जाएगा, वैसा पानी नहीं जाएगा इनमें। ये बारिश के पानी के लिए होंगे। ਹੁਣ ਮੈਨੂੰ ਦੁਬਾਰਾ ਤੋਂ ਦੱਸੋ, ਮੈਂ ਵੀ ਭੁੱਲ ਗਿਆ ਉਹ ਜਿਹੜੀ ਚਿਮਨੀ ਤੁਸੀਂ ਕਹਿ ਰਹੇ ਹੋ 65 ਮੀਟਰ ਲੰਬਾਈ ਹੈ ਇਹਦੀ। 65 ਕਿੰਨੀ? 65 ਮੀਟਰ ਲੰਬਾਈ ਹੈ ਇਹ। 65 ਮੀਟਰ ਚਿਮਨੀ ਜਿਹੜੀ 65 ਮੀਟਰ ਦੀ ਜਿਹੜੀ ਚਿਮਨੀ ਹੈ ਇਹ ਸਵਾਹ ਜਿਹੜੀ ਪ੍ਰੋਡਿਊਸ ਕਰਦੀ ਹੈ, ਕੀ ਆ ਉਹ? ये बेसिकली सर जो अपना कार्बन होता है वो है जो जलने के बाद जो बच जाता है। कार्बन तो जहर है यार। नहीं, ये हाइड्रोकार्बन जैसा ये होता है, मतलब वो इसका मुझे ज़्यादा आइडिया नहीं है सर उतना। वो जो थल्ले काली सवाह ये राखी है। और ਇਹਨੂੰ ਤੁਸੀਂ ਫਿਰ ਯਾਰ
ਕਿੱਥੇ ਡੰਪ ਕਿੱਥੇ ਕਰਦੇ ਹੋ, ਦਾ ਪ੍ਰੋਸੈਸ ਕੀ? ये क्या होता है कि इसका एक कॉन्ट्रैक्ट दिया जाता है और इसको लोग फिलिंग के लिए यूज करते हैं। ਫੀਲਿੰਗ कित्थे फीलिंग? मतलब जैसे आपने कहीं खुदाई किया, किसी को घर बनाना है, तो वहाँ पे लैंड फिलिंग के लिए इसको यूज करते हैं, ले जाते हैं। लैंड- ब्रिक्स बनाने के काम में भी आता है। हाँ, अब ये सब ब्रिक्स बनाने के काम में भी आ रहा है। ਪਰ ਜਿਵੇਂ ਮੈਂ ਦੇਖ ਪਾ ਰਿਹਾ, ਇਹ ਤਾਂ ਤੁਸੀਂ ਜਿਵੇਂ ਚਿਮਨੀ ਕਿੰਨੀ ਦੇਰ ਤੋਂ ਬੰਦ ਹੈ? अब तो सर 5 महीने से बंद है, जब से प्लांट बंद हुआ है। ये बहुत हल्की होती है। ਦੇਖੋ ਦੇਖੋ ਇੱਥੇ ਜਿਵੇਂ ਆ ਉੱਡਦੀ ਪਈ ਹੈ। हाँ, ये बहुत एकदम हल्की होती है सर, फाइन होती है एकदम, और बहुत ही हल्की रहती है। ਮਤਲਬ ਮੈਨੂੰ ਸਮਝਾਓ ਥੋੜਾ ਯਾਰ, ਇਹ ਤੇ ਜੇ ਕਾਰਬਨ ਮੂੰਹ 'ਚ ਚੱਲ ਜੇ, ਨੱਕ 'ਚ ਚੱਲ ਜੇ, ਜਿਹੜਾ ਜਿਹਦੇ ਬੰਦੇ ਦੇ ਅੰਦਰ ਚੱਲ ਜਾਏਗੀ, ਉਹ ਤਾਂ ਬੰਦਾ ਮੈਨੂੰ ਲੱਗਦਾ ਉਹਨੂੰ ਤਾਂ ਬਿਮਾਰੀ ਦੇਗੀ ਦੇਗੀ ਇਹ। नहीं सर, ये इसीलिए इसमें ESP सिस्टम लगा हुआ है, इसीलिए ये जो है ना ESP सिस्टम लगा ਸਾਰੀ है, ਕਾਰਬਨ ਹੈ। ये सब इसीलिए इसमें ESP सिस्टम लगा हुआ है। ये पार्टिकल नीचे है, मतलब ये नीचे है, देखिए आप, ये ऊपर नहीं जा सकता है, उड़ भी नहीं सकता हवा में। जो ESP है वो इतना, जो ये फाइन पार्टिकल है ना, इसको भी बाहर नहीं जाने देगी। ਕਦੀ ਇਦਾਂ ਹੋਇਆ ਤੁਹਾਡੀ ਇਹ ਚਿਮਨੀ ਖਰਾਬ ਹੋਈ? नहीं सर, ਕਦੀ ਇਹਦਾ ESP ਸਿਸਟਮ ਫਲॉप ਹੋ ਗਿਆ ਹੋਵੇ? नहीं अभी तो नया लगा, ऐसा नहीं होता है। ਇਹ ਕਿੱਥੋਂ ਦੀ ਬਣੀ ਹੋਈ ਹੈ इसका भी चिमनी? सर ये ऑटो में चलता है, थर्मैक्स का है। हाँ जी, बहुत अच्छी कंपनी है। ਇਹ ਸਾਰੀ ਸਵਾਹ ਹੈ। हाँ, ये सुहा। ਯਾਰ ਪਰ ਪਿੰਡ ਵਾਲੇ ਕਹਿੰਦੇ, ਕਈ ਵੀਡੀਓਜ਼ ਦੇ ਵਿੱਚ ਦੇਖਿਆ ਪਿੰਡਾਂ ਵਾਲਿਆਂ ਨੇ, ਕਿ ਇਹ ਚਿਮਨੀ ਚੋਂ ਉੱਡ ਕੇ, ਇਹ ਬਲੈਕ ਹੈ ਸਵਾਹ ਕਾਲੇ ਰੰਗ ਦੀ, ਉੱਡ ਕੇ ਉਧਰ ਗਈ, ਜਿਸ ਤੋਂ ਬਾਅਦ ਕਹਿੰਦੇ ਕਿ ਸਾਡੇ ਪਸ਼ੂ, ਸਾਡੇ ਡੰਗਰ ਜਿੰਨੇ ਵੀ ਸੀਗੇ ਉਹ ਸਾਰੇ ਮਰ ਗਏ। ਇਹ ਹੋਇਆ, ਕਦੀ ਹੋਇਆ ਇਦਾਂ? सर ऐसा तो हमारे सामने तो कभी नहीं हुआ। ਸੋ ਯੂ ਮੀਨ ਟੂ ਸੇ ਕਿ ਇੱਥੇ ਟਰੈਕਟਰਸ ਆਉਂਦੇ ਆ, ਟਰਾਲੀਆਂ ਆਉਂਦੀਆਂ ਨੇ, ਇਹਨੂੰ ਭਰ ਕੇ ਲੈ ਜਾਂਦੀਆਂ? हाँ जी, इसको फिलिंग के लिए यूज कर लेते हैं हम लोग, और ये फिलिंग में कोई नुकसान भी इससे होता नहीं है। ਬੋਰ और ਕਿੱਥੇ? ब्रिक्स बनाने के काम में आ जाता है। ਬੋਰ ਬਹੁਤ ਸਾਰੇ ਲੋਕ ਕਹਿੰਦੇ ਬੋਰ ਹੋਏ ਇੱਥੇ। सर हमारे पास अभी 4 बोर है, ठीक है, 4 में से 3 बोर रनिंग है, एक बोर हमारा खराब हो चुका है, वो हम आपको अभी दिखा देंगे, 3 चला के दिखा देंगे। एक खराब है, वो अभी हम तसल्ली करवा चुके हैं। ਪਿੱਛੇ ਔਰ ਯਾਰ ਜਿਹੜੀਆਂ ਤੁਹਾਡੀਆਂ ਮੋਟਰਾਂ ਖਰਾਬ ਹੋਈਆਂ, ਪਿੱਛੇ ਵੀਡੀਓ ਵਾਇਰਲ ਹੋਏ, ਮੋਟਰਾਂ ਖਰਾਬ ਹੋ ਗਈਆਂ, ਉਹ ਕਿਹੜੇ ਬੋਰ ਦੀਆਂ ਮੋਟਰਾਂ ਖਰਾਬ ਹੋਈਆਂ? ਲੋਕਾਂ ਨੇ ਤੇ ਕਿਹਾ ਕਿ ਹੁਣ ਇਹ ਅੰਦਰੋਂ ਫੈਕਟਰੀ ਨੂੰ ਬਿਲਕੁਲ ਸਹੀ ਕਰਦੇ ਪਏ। वो तो सर जो पीने वाला पानी है, उसकी छोटी मोटर है, वो मोटर इन वाले बोरवेल की नहीं है, बड़े वाले की, वो तो 1.5 HP की मोटर है, बहुत छोटी सी, जबकि इनमें तो बड़ी मोटर पड़ती है, 10 HP की या 15 HP की। वो तो एक आदमी उठा भी नहीं सकता है उस मोटर को। तो ਆ ਢੱਕਣ ਜਿਹੜੇ ਮੈਂ ਦੇਖਦਾ ਪਿਆ, ਇਹ ਢੱਕਣ ਕਾਦੇ ਆ? ये सर मैनुअल के ढक्कन है, सब तैयारी चल रहा था जो आप देख रहे थे, वो ड्रेनेज सिस्टम के लिए। ਡਰੇਨੇਜ ਜਦ ਆਪ ਡਰੇਨੇਜ ਤੁਸੀਂ ਜਦੋਂ ਕਹਿੰਦੇ ਹੋ, ਮੈਨੂੰ ਤਾਂ ਇਹ ਸਮਝ ਲੱਗਦੀ ਕਿ ਜਿਵੇਂ ਸਾਡੇ ਘਰਾਂ ਦੇ ਡਰੇਨੇਜ ਸਿਸਟਮ ਹੁੰਦੇ ਆ, वैसा ही होता है। ਤੇ ਇਹ ਡਰੇਨੇਜ ਸਿਸਟਮ ਅੱਗੇ ਜਾ ਕੇ ਕਿਤੇ ਜੁੜਦੇ ਤਾਂ ਹੋਣਗੇ। ETP में चला जाएगा, अपना जो ETP सिस्टम है उसमें जाएगा ये पानी, और इनमें सिर्फ बारिश का ही पानी जाएगा, बाकी कोई पानी नहीं जाएगा। ये इनमें बारिश के पानी के लिए होता है सर, क्योंकि बारिश का पानी तो हमें ETP में लेके जाना होगा। ਇਹ ਜੋ ਉਹ ਪ੍ਰੋਸੈਸ ਤੁਸੀਂ ਸਮਝਾ ਰਹੇ ਸੀ ਪ੍ਰੋਟੀਨ ਔਰ ਉਹਦਾ, हाँ जी। ਉਹ जब ਤੁਸੀਂ ਜਿਹੜਾ ਲਾਸਟ ਪ੍ਰੋਸੈਸ ਹੈ, ਹੁਣ ਤੁਸੀਂ ਬੋਰ ਵਾਲਾ ਕਹਿ ਰਹੇ ਹੋ, ਦੈਟ ਇਜ਼ ਦ ਲਾਸਟ ਪ੍ਰੋਸੈਸ? नहीं सर, लास्ट प्रोसेस जो है वो ETP रहेगा। ਯਾਰ ਬਾਹਰ ਦੇਖੋ, ਇੱਕ ਬਾਰ-ਬਾਰ ਇਹ ਕਿਹਾ ਜਾ ਰਿਹਾ ਕਿ ਸ਼ਰਾਬ ਬਣਦੀ ਪਈ ਹੈ। ਇੱਕ ਤਾਂ ਐਥਨੋਲ ਬਣਦੀ ਹੈ, ਉਹ ਤੁਸੀਂ ਕਹਿ ਰਹੇ ਹੈਗੇ ਹੋ ਕਿ ਉਹ ਪੈਟਰੋਲ ਪੰਪਾਂ ਵਾਲਿਆਂ ਨੂੰ ਚਲ ਜਾਂਦੀ ਹੈ ਨਾ, हाँ जी, ब्लेंडिंग के जाती है। ਬਲੈਂਡਿੰਗ ਲਈ ਜਾਂਦੀ ਹੈ। ਇੱਕ ਤਾਂ ਦੂਜਾ ਤੁਸੀਂ ਕਹਿ ਰਹੇ ਹੋ ਕਿ ਅੰਦਰ ਕਾਰਬਨ ਡਾਈਆਕਸਾਈਡ ਤੁਸੀਂ ਤਿਆਰ ਕਰਦੇ ਹੋ? नहीं सर, ਕਿਹਦੇ? CO2 CO2 ਤਿਆਰ ਕਰਦੇ CO2 जो हमारा फर्मेंटेशन सेक्शन है। ਉਹ CO2 ਜਿਹੜੀ ਤਿਆਰ ਕਰਦੇ ਹੋ ਕੋਲਡ ਡਰਿੰਕਸ ਲਈ ਤਿਆਰ ਕਰਦੇ ਹੋ? हाँ, कोल्ड ड्रिंक्स के लिए। ਤੇ मैं ਜਿਹੜਾ ਤੀਜਾ ENA ਹੈ, ENA ਉਹ ENA ਕਾਹਦਾ? ENA सर क्या होता है, जब फर्मेंटेशन होता है, हम्म। जो फर्मेंटर होता है उसमें अल्कोहल होती है 14 या 15%, जो हमने बताया। उसके बाद आप, ये आपके ऊपर डिपेंड करता है, आप उससे ENA बनाओगे या एथेनॉल बनाओगे। ਤੁਸੀਂ ਉਹਦੇ ਚ 98.9% एथेनॉल बना लेते हो? हम, ये तो प्योर एथेनॉल प्लांट है, यूनिट 2 तो जो 1 नंबर है, उसमें हम उतना ENA बनाते हैं जितना गवर्नमेंट का रूल है, और वो ENA बोटलिंग के लिए यूज होता है। उसके बाद CO2, वो CO2 फर्मेंटर से निकलता है, जो बायोलॉजिकल। ਮੈਂ ਦੇਖੋ ਜਿਹੜਾ ਤੁਹਾਡਾ ਇਹ ਪ੍ਰੋਸੈਸ ਹੈਗਾ ਸਾਰਾ ਐਥਨੋਲ ਬਣਾਉਣ ਦਾ, ਇਹਦੇ ਵਿੱਚ ਜੋ ਮੈਨੂੰ ਨਜ਼ਰ ਆਇਆ, ਉਹਦੇ ਚ ਕਿਤੇ ਇਹੋ ਜਿਹਾ ਮੈਨੂੰ ਕੋਈ ਗੈਪ ਨਜ਼ਰ ਨਹੀਂ ਆਇਆ ਜਿੱਥੇ ਵੇਸਟ ਨਜ਼ਰ ਆਵੇ। नहीं सर, ये
सीक्वेंस में लगा ਇੱਥੇ ਜ਼ਰੂਰ ਇਹ ਤੁਸੀਂ ਕਹਿ ਰਹੇ ਹੋ ਜਿਹੜਾ ਇੱਕ ਕਾਰਬਨ ਦਾ ਜਿਹੜਾ ਉਹ ਪਾਊਡਰ ਚੂਰਾ ਜਿਹਾ ਸੀਗਾ ਉਹ ਜ਼ਰੂਰ ਵੇਸਟ ਰਾਖ ਹੈ ਨਾ ਸਵਾਹ ਹੈ ਉਹ ਤਾਂ हुआ। ਪਰ ਉਹ ਜੇ ਉੱਡ ਕੇ ਇੱਧਰ ਉੱਧਰ ਹੋ ਗਈ ਤਾਂ ਉਹ ਤਾਂ ਕੰਮ ਕਰਦੀ ਹੀ नहीं ਖਰਾਬ सर, इस पे जब हम लोग यहाँ रहते हैं तो ये जो यहाँ से क्या होता है ना, वो साइलों के नीचे ट्रॉली लगता है या हाई ਉਹਦੇ वाला ਵਾਲ ਹੱਥਾਂ 'ਚ ਮਾਰਨੇ ਆ ਵਾਲ ਸਾਈਡ ਕਰਨ ਲਈ ਮੈਂ ਹੱਥ ਨਹੀਂ ਮਾਰਦਾ उस समय ਪਿਆ पे क्या होता है सर, इसमें इसको गीला करके हम यूज करते हैं। जब हम टैंकर में भी लोड करेंगे ना, ਗੀਲਾ ਕਰਕੇ इसे गीला करके इसमें पानी चलता रहता है, तो गीला होने के बाद ये उड़ती नहीं है, फिर उसको बाद तरपाल से ढक दिया जाता है उसको, तब इसको डिस्पोज बाहर जाता है। ਸੋ ਦੋਸਤੋ ਇਹ ਇਥਨੋਲ ਬਣਾਉਣ ਦਾ ਇੱਕ ਪ੍ਰੋਸੈਸ ਸੀਗਾ ਜੋ ਸਟੈਪ 1 ਤੋਂ ਲੈ ਕੇ ਅਖੀਰਲੇ ਸਟੈਪ ਤੱਕ ਤੁਹਾਡੇ ਸਾਹਮਣੇ ਅਸੀਂ ਰੱਖਿਆ ਹੈਗਾ ਵਾ ਔਰ ਜੋ ਇਹ ਚਿਮਨੀ 65 ਮੀਟਰ ਲੰਬੀ ਚਿਮਨੀ ਜੋ ਸਰਕਾਰ ਦੇ ਨੋਰਮਸ ਦੇ ਮੁਤਾਬਕ ਇਹਨਾਂ ਨੇ ਬਣਾਈ ਔਰ ਇਹਦੇ ਵਿੱਚ ਕਿਹੜਾ ESP ਸਿਸਟਮ ਲੱਗਾ ਹੁੰਦਾ ਉਹ ਕਹਿੰਦੇ ਕਿ ਇਹਦੇ ਨਾਲ ਕਾਰਬਨ ਜਿਹੜੀ ਹੈਗੀ ਬਾਹਰ ਨਹੀਂ ਜਾਂਦੀ ਲੇਕਿਨ ਜਿਹੜੀ ਕਾਰਬਨ ਸੀਗੀ ਜ਼ਮੀਨ ਤੇ ਸੀਗੀ ਔਰ ਇਹ ਕਹਿੰਦੇ ਕਿ ਅਸੀਂ ਇਹਨੂੰ ਜਦੋਂ ਚੁੱਕਦੇ ਹਾਂ ਇੱਥੋਂ ਜਾਂ ਇਹਨੂੰ ਡੰਪ ਕਰਦੇ ਹਾਂ ਜਾਂ ਜੋ ਠੇਕੇਦਾਰ ਜਾਂ ਕੰਟਰੈਕਟਰ ਨਾਲ ਇਹਦਾ ਕੰਟਰੈਕਟ ਹੁੰਦਾ ਵਾ ਉਹ ਇੱਥੋਂ ਇਹਨੂੰ ਲੈ ਕੇ ਜਾਂਦਾ ਟਰਾਲੀਆਂ 'ਚ ਭਰ ਕੇ ਲੈ ਕੇ ਜਾਂਦਾ ਹੈਗਾ ਗਿੱਲੀ ਕਰਨ ਤੋਂ ਬਾਅਦ ਇਹਨੂੰ ਬਾਹਰ ਲੈ ਕੇ ਜਾਂਦੇ ਆ ਨੈਕਸਟ ਪ੍ਰੋਸੈਸ ਕੀ ਹੈ ਬੋਰ ਦਿਖਾਓਗੇ ਤੁਸੀਂ ਬੋਰਵੈਲ ਬਹੁਤ ਹੋਈ ਪਈ ਹੈ बोर दिखाते हैं, ये ड्रायर और डिकेंटर सेक्शन है, एक बार देख लो। इसमें क्या है इसमें जो प्रोटीन कंटेंट है वो बनता है, फिर उसके बाद जो थिन स्लोप निकलता है वो एमई में जाता है, एक एमई प्रोसेस है, इवोपरेटर बोलते हैं जिसको, मल्टी इफेक्ट इवोपरेटर। वहाँ पे पानी जो प्रोसेस कंडेंसेट है एक पानी जैसा होता है वो अलग हो जाता है और एक सिरप बन जाता है, 2 पार्ट निकल जाते हैं। सिरप में भी प्रोटीन होता है, वो सिरप हम वापस ड्रायर पे ले आते हैं और वहाँ पे हम एनिमल फीड सप्लीमेंट बना देते हैं जिसको DDGS भी बोलते हैं। उसमें प्रोटीन होता है करीब 45% प्लस होता है, वो मार्केट में चला जाता है बिकने के लिए, जो एनिमल फीड बनाने वाली कंपनी है वो उसको ले जाती है। ਇਹ ਤਾਂ ਇਹ ਜਿਹੜਾ ਤੁਹਾਡਾ ਇਹ ਸਾਰਾ ਤੁਹਾਡਾ ਪਲਾਂਟ ਨਵਾਂ ਹੈ ਉਹ ਪੁਰਾਣਾ ਪਲਾਂਟ ਹੈ वो पुराना प्लान, ਉਹ ਕਦੋਂ ਮਤਲਬ ਕਿੰਨਾ ਪੁਰਾਣਾ ਉਹ वो 2007 में लगा है। 2007 ਦੇ ਵਿੱਚ ਤੁਸੀਂ ਉਹ ਪਲਾਂਟ ਲਗਾਇਆ ਹੈਗਾ ਵਾ ਉਹਦੇ 'ਚ ਕੀ ਬਣਦਾ ਜਿਹੜਾ ਦੂਰ ਤੱਕ ਉਹ ਪਲਾਂਟ ਹੈ वो भी सर ENA और एथेनॉल दोनों है, दोनों ऑप्शन है उसमें। ਤੇ ਐ ਤਾਂ ਨਹੀਂਗਾ ਕਿ ਕਿਤੇ ਉਹਦਾ ਵੇਸਟ ਤੁਸੀਂ ਇਹਦਾ ਤਾਂ ਤੁਸੀਂ ਕਹਿੰਦੇ ਹੋ ਕਿ ਨਹੀਂ sir, ਨਵੀਂ ਉਹ ਵੀ- ਟੈਕਨੋਲੋਜੀ ਹੈ ਸਾਰੀ ਇਹਦਾ ਵੇਸਟ ਹੈ ਹੀ ਨਹੀਂਗਾ ਉਹਦਾ ਤਾਂ ਨਹੀਂ ਐ ਹੈਗਾ ਕਿ ਉਹਦਾ ਵੇਸਟ ਜਿਹੜਾ ਹੈਗਾ ਉਹ ਤੁਸੀਂ ਬਾਹਰ ਤੁਸੀਂ ਅੰਡਰਗਰਾਉਂਡ ਕਰ ਰਹੇ ਹੋ नहीं, उसके लिए भी पूरा सिस्टम उधर लगा हुआ है, पहले से ही वो ऑलरेडी एग्जिस्ट है। जिस कैपेसिटी का वो प्लांट है उसी कैपेसिटी का सिस्टम पूरा एग्जिस्ट है वहाँ पे। हाँ जी, सेम प्रोसेस है, प्रोसेस सेम है, प्रोसेस यही रहेगा। ड्रायर और डिकेंटेशन लास्ट है, यहाँ एक तरफ एनिमल फीड सप्लीमेंट चला गया बिकने के लिए और दूसरी तरफ जो प्रोसेस कंडेंसेट है वो ETP में चला जाता है ट्रीटमेंट की। ਨੈਕਸਟ ਸਮਝਣ ਦੀ ਕੋਸ਼ਿਸ਼ ਕਰਦੇ ਮੈਂ ਉਹ ਪਲਾਂਟ ਤੇ ਵੀ ਜਾਊਂਗਾ ਜਿਹੜਾ 2007 ਦੇ ਵਿੱਚ ਇਹਨਾਂ ਨੇ ਇੱਥੇ ਤਿਆਰ ਕੀਤਾ ਸੀਗਾ ਔਰ ਇਹ ਨਵਾਂ ਪਲਾਂਟ ਹੈਗਾ ਉਹ ਪਲਾਂਟ ਨੂੰ ਦੇਖਣ ਦੀ ਕੋਸ਼ਿਸ਼ ਕਰਦੇ ਹਾਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਉਹ ਪੁਰਾਣਾ ਪਲਾਂਟ ਲੱਗਾ ਹੋਇਆ ਔਰ ਪਿੰਡ ਵਾਲੇ ਜਿੱਦਾਂ ਕਹਿੰਦੇ ਹੈਗੇ ਕਿ ਉਹਨਾਂ ਦੀਆਂ ਮੁਸੀਬਤਾਂ ਵੀ ਪੁਰਾਣੀਆਂ ਹੈਗੀਆਂ ਨੇ ਔਰ ਮੁਸੀਬਤਾਂ ਨੂੰ ਜੋੜ ਦਿੰਦੇ ਇਸ ਇੰਡਸਟਰੀ ਦੇ ਨਾਲ ਇਸ ਫੈਕਟਰੀ ਦੇ ਨਾਲ ਉੱਥੇ ਚੱਲਦੇ ਹਾਂ ਉੱਥੇ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹ ਪਲਾਂਟ ਹੈ ਕੀ ਹੈ ਪਿੰਡਾਂ ਵਾਲਿਆਂ ਦਾ ਇਲਜ਼ਾਮ ਹੈ ਕਿ ਮਾਲਬਰੋ ਫੈਕਟਰੀ ਦਾ ਜਿਹੜਾ ਵੇਸਟ ਹੈ ਜਿਹੜਾ ਕੂੜਾ ਜਿਹੜਾ ਗੰਦਾ ਪਾਣੀ ਹੈ ਜੋ ਕਿ ਜ਼ਹਿਰ ਹੈ ਉਹ ਬੋਰ ਕਰਕੇ ਛੱਡ ਦਿੱਤਾ ਜਾਂਦਾ ਹੈ ਅੰਡਰਗਰਾਉਂਡ ਪਾਣੀ ਦੇ ਨਾਲ ਜਾ ਕੇ ਉਹ ਮਿਲ ਜਾਂਦਾ ਔਰ ਉਹੀ ਪਾਣੀ ਜੋ ਹੈ ਵਾਪਸ ਟੂਟੀਆਂ ਦੇ ਰਾਹੀਂ ਉਹਨਾਂ ਦੇ ਘਰਾਂ ਦੇ ਵਿੱਚ ਆਉਂਦਾ ਹੈ ਲੇਕਿਨ ਮਾਲਬਰੋ ਫੈਕਟਰੀ ਵਾਲੇ ਕਹਿੰਦੇ ਆ ਕਿ ਇਹ ਪ੍ਰੋਸੈਸ ਦਾ ਹਿੱਸਾ ਹੀ ਨਹੀਂ ਹੈਗਾ ਉਹ ਕਹਿੰਦੇ ਆ ਕਿ ਪਾਣੀ ਦੀ ਵੇਸਟੇਜ ਹੈ ਹੀ ਨਹੀਂ ਹੈ ਔਰ ਉਸ ਵੇਸਟੇਜ ਨੂੰ ਕਿਤੇ ਵੀ ਛੱਡਿਆ ਨਹੀਂ ਜਾਂਦਾ ਔਰ ਮੇਰੇ ਠੀਕ ਪਿੱਛੇ ਤੁਸੀਂ ਦੇਖੋਗੇ ਇਹ RO ਸਿਸਟਮ ਹੈ ਜੋ ਪਾਣੀ ਉਹ ਵੱਡੇ ਟੈਂਕਸ ਚੋਂ ਨਿਕਲਦਾ ਉਸ ਪ੍ਰੋਸੈਸ ਚੋਂ ਨਿਕਲਦਾ ਦੁਬਾਰਾ ਕਹਿੰਦੇ ਆ ਕਿ ਇੱਥੋਂ ਸਾਫ਼ ਹੋ ਕੇ ਦੁਬਾਰਾ ਉਸ ਨੂੰ ਯੂਟਿਲਾਈਜ਼ ਕੀਤਾ ਜਾਂਦਾ ਇਹ ਪ੍ਰੋਸੈਸ ਕੀ ਹੈ ਕੀ ਪ੍ਰੋਸੈਸ ਹੈ सर ये अपने को ZLD प्रोसेस है जिन्होंने ZLD मतलब ਜ਼ੀਰੋ ਲਿਕੁਇਡ ਡਿਸਚਾਰਜ ਮੀਨਸ ਕਿ ਕੋਈ ਵੀ ਜਿਹੜਾ ਲਿਕੁਇਡ ਹੈ ਇਹ ਚੋਂ ਡਿਸਚਾਰਜ ਨਹੀਂ ਹੋਏਗਾ ਉਹ ਸਾਰਾ ਯੂਟਿਲਾਈਜ਼ ਹੋਏਗਾ ਉਸ ਸਿਸਟਮ ਨੂੰ ਅਚੀਵ ਕਰਨ ਵਾਸਤੇ ਸਾਡੇ ਕੋਲ ETP ਪਲਾਂਟ ਹੈ ETP ਪਲਾਂਟ ਚੋਂ ਬੇਸਿਕ ATP ਪਲਾਂਟ ਹੈ ਇਹ ETP plus WTP ਕੰਬਾਈਨਡ ਯਾਨੀ ATP और WTP ਕੀ ਹੈ ETP ਆਂਦਾ ਆਪਣੇ ਕੋਲ ਐਫਲੂਐਂਟ ਟ੍ਰੀਟਮੈਂਟ ਪਲਾਂਟ ਤੇ WTP ਆਦੇ ਕੋਲ ਵਾਟਰ ਟ੍ਰੀਟਮੈਂਟ ਪਲਾਂਟ ETP ਚ ਜਿਹੜਾ ਵੀ ਪ੍ਰੋਸੈਸ ਤੋਂ ਸਾਡਾ ਜਿੰਨਾ ਵੀ ਪ੍ਰੋਸੈਸ ਤੋਂ ਵਾਟਰ ਆਏਗਾ ਜਿਹੜਾ ਟ੍ਰੀਟਮੈਂਟ ਵਾਸਤੇ ਰਿਕੁਆਇਰਡ ਹੈਗਾ ਉਹ ETP ਪਲਾਂਟ ਚ ਟ੍ਰੀਟ ਹੋਏਗਾ ਉਹਦੇ ਬਾਅਦ ਟ੍ਰੀਟਮੈਂਟ ਹੋਣ ਤੋਂ ਬਾਅਦ ਉਹ WTP ਦੀ ਇਨਲੈਟ ਬਣ ਜਾਂਦੀ ਹੈ
ਔਰ WTP ਵਾਸਤੇ ਇਨਲੈਟ ਬਣ ਕੇ ਫਿਰ ਇਨਲੈਟ ਤੇ WTP ਨੂੰ ਪ੍ਰੋਸੈਸ ਕਰਕੇ ਫਿਰ ਉਹ ਜਿਹੜਾ ਫਾਈਨਲ ਵਾਟਰ ਬਣੇਗਾ ਉਹ ਜਿੱਦਾਂ ਪ੍ਰੋਸੈਸ ਦੀ ਡਿਮਾਂਡ ਹੈ ਉਹਦੇ ਵਾਸਤੇ, ਤੇ ਆਪਾਂ ਡੀਮਿਨਰਲਾਈਜ਼ ਵਾਟਰ ਜਾਂ DM ਵਾਟਰ ਬੋਲਦੇ ਆ ਬੋਇਲਰ ਦੇ ਵਾਸਤੇ ਸਟੀਮ ਜਨਰੇਸ਼ਨ ਵਾਸਤੇ, ਉਹ ਉੱਥੇ ਯੂਟਿਲਾਈਜ਼ ਹੋ ਜਾਏਗਾ। ਜਿਹੜਾ ਪਾਣੀ ਆਉਂਦਾ ਉਹਦਾ ਤਾਂ ਪੀਐਚ ਲੈਵਲ ਬਹੁਤ ਜ਼ਿਆਦਾ ਹੁੰਦਾ। ਕਿਹੜੇ ਸਰ? ਪਾਣੀ ਜਿਹੜਾ ਆਉਂਦਾ ਉਹਦਾ ਪੀਐਚ ਲੈਵਲ ਤਾਂ ਬਹੁਤ ਹੁੰਦਾ ਹੋਣਾ। ਪੀਐਚ ਲੈਵਲ ਨਹੀਂ ਸਰ, ਇੱਧਰ ਆਪਣੇ ਕੋਲ ਜਿਹੜਾ ETP ਦਾ ਆਊਟਲੈਟ ਆਏਗਾ ਆਪਣੇ ਕੋਲ ਐਵਰੇਜਲੀ 7.5 ਦੇ ਕੋਲ ETP ਦੇ ਆਊਟਲੈਟ ਦਾ ਆਊਟਲੈਟ ਆਉਂਦਾ। ਤੁਸੀਂ ਦੱਸਦੇ ਸੀ ਨਾ 250 ਤੋਂ ਘੱਟ ਕਰਨਾ ਹੁੰਦਾ, ਸਰ ਉਹ ਉਹ ਕੀ ਸੀ? ਜਿਹੜੀ ਚੀਜ਼ ਸੀ ਆਪਣੇ ਕੋਲ ਕੈਮੀਕਲ ਆਕਸੀਜਨ ਡਿਮਾਂਡ, ਯਾਨੀ ਕਿ ਸਿਸਟਮ 'ਚ ਜਿਹੜੀ ਇਨਆਰਗੈਨਿਕ ਔਰ ਆਰਗੈਨਿਕ ਮੈਟਰ ਨੂੰ ਖਤਮ ਕਰਨੇ ਲਈ ਕੈਮੀਕਲੀ ਕਿੰਨੀ ਆਕਸੀਜਨ ਦੀ ਰਿਕੁਆਇਰਮੈਂਟ ਹੈ ਤਾਂ ਕਿ ਜਿਹੜਾ ਉਹ ਮਟੀਰੀਅਲ ਹੈ ਆਪਣੇ ਪਾਣੀ 'ਚ ਰਿਮੂਵ ਕਰ ਸਕਦਾ, ਜਿਹੜਾ ਹਾਰਮਫੁਲ ਫੈਕਟਰ ਹੈ ਉਹਨੂੰ ਰਿਮੂਵ ਕੀਤਾ ਜਾ ਸਕੇ, ਉਹ ਕੰਮ ਸਾਡਾ ETP ਕਰੇਗਾ। ਅੱਛਾ, ਮੈਨੂੰ ਇੱਕ ਚੀਜ਼ ਦੱਸੋ, ਜੇ ਇੱਥੋਂ ਪਾਣੀ ਸਾਫ਼ ਕਰਕੇ ਦੁਬਾਰਾ ਇਸੇ ਪਾਣੀ ਨੂੰ ਤੁਸੀਂ ਯੂਟਿਲਾਈਜ਼ ਕਰ ਲੈਂਦੇ ਹੋ, ਫਿਰ ਦੁਬਾਰਾ ਤੋਂ ਉਹੀ ਪ੍ਰੋਸੈਸ ਸ਼ੁਰੂ ਹੋ ਜਾਂਦਾ ਐਥਨੋਲ ਦਾ, ਤਾਂ ਫਿਰ ਤੁਸੀਂ ਜਿਹੜੇ ਇਸ ਫੈਕਟਰੀ ਦੇ ਅੰਦਰ ਬੋਰ ਕੀਤੇ ਹੋਏ ਆ ਪਾਣੀ ਨੂੰ, ਅੰਡਰਗਰਾਊਂਡ ਵਾਟਰ ਨੂੰ ਕੰਜ਼ਿਊਮ ਕਰਨ ਦੇ, ਉਹਦੀ ਲੋੜ ਹੀ ਕਿਉਂ? ਫਿਰ ਤਾਂ ਇਹ ਲੂਪ ਤੇ ਐਂ ਹੀ ਚੱਲੀ ਜਾਏਗਾ। ਸਰ ਉਹ ਲੂਪ ਤਾਂ ਚੱਲੇਗਾ ਹੀ। ਹੁਣ ਸਾਡੇ ਕੋਲ ਡਿਫਰੈਂਟ ਪੋਜੀਸ਼ਨ ਤੇ ਪ੍ਰੋਸੈਸਿਸ ਵੀ ਹੈਗੇ ਨੇ, ਜਿੱਦਾਂ 'ਚ ਸਾਡੇ ਇਵੈਪੋਰੇਸ਼ਨ ਲਾਸਿਸ ਨੇ, ਸਾਡੇ ਕੋਲ ਸਟੀਮ ਲਾਸਿਸ ਨੇ, ਸਾਡੇ ਕੋਲ ਓਪਨ ਟੈਂਕਸ ਨੇ ਉਹਨਾਂ ਦੀ ਨੈਚੁਰਲ ਇਵੈਪੋਰੇਸ਼ਨ ਹੈ, ਉਹ ਜਿਹੜੇ ਡੇਲੀ ਬੇਸਿਸ ਤੇ ਜਿੰਨਾ ਇਵੈਪੋਰੇਸ਼ਨ ਲੋਸ ਹੋ ਰਿਹਾ। ਫੋਰ ਐਗਜ਼ਾਮਪਲ 1000 ਲੀਟਰ ਪਾਣੀ ਤੁਸੀਂ ਮੇਨਟੇਨ ਕਰਨਾ ਹੀ ਹੈ, ਜਦੋਂ ਲਾਸਿਸ ਕਰਨ ਦੇ ਬਾਅਦ ਤੁਸੀਂ 1000 ਐਕਸਟ੍ਰੈਕਟ ਕੀਤਾ, ਜਿਹੜੇ ਸਿਸਟਮ 'ਚ ਚੱਲਿਆ ਲਾਸਿਸ ਹੋਣ ਦੇ ਨਾਲ ਉਹ ਤੁਹਾਡੇ ਕੋਲ 800 ਬਚ ਗਿਆ ਕਹਿਣ ਦੇ ਤੌਰ ਤੇ, ਤਾਂ ਤੁਹਾਨੂੰ 200 ਲੀਟਰ ਮੇਕਅਪ ਕਰਨ ਲਈ ਉਹਨਾਂ ਤੋਂ ਤੁਹਾਨੂੰ ਐਕਸਟ੍ਰੈਕਟ ਕਰਨਾ ਹੀ ਪੈਣਾ ਸਿਸਟਮ ਨੂੰ ਲੂਪ ਮੇਨਟੇਨ ਕਰਨ ਵਾਸਤੇ। ਬਸ ਉਹਨਾਂ ਕਰੀ ਆਪਾਂ ਲੂਪ ਨੂੰ ਮੇਨਟੇਨ ਕਰਨ ਲਈ ਉਹਨਾਂ ਪਾਣੀ ਆਪਣੇ ਜ਼ਮੀਨ ਤੋਂ ਐਕਸਟ੍ਰੈਕਟ ਕਰਦੇ ਨੇ। राहत इंदौरी साहब ने लिखा कि ना हम सफ़र ना हम नशी से निकलेगा, ये हमारे पाँव का कांटा है, हम ही से निकलेगा। ਜ਼ੀਰਾ ਦੇ ਵਿੱਚ ਹੈ ਮਾਲਬਰੋ ਫੈਕਟਰੀ, ਔਰ ਮਾਲਬਰੋ ਫੈਕਟਰੀ ਦੇ ਬਾਹਰ ਨੇ ਧਰਨਾਕਾਰੀ ਪ੍ਰਦਰਸ਼ਨਕਾਰੀ। ਜਿਨ੍ਹਾਂ ਨੇ ਧਰਨਾ ਲਗਾਇਆ ਉਹ ਸਾਫ਼ ਤੌਰ ਤੇ ਕਹਿੰਦੇ ਹੈ ਕਿ ਮਾਲਬਰੋ ਫੈਕਟਰੀ ਜ਼ਿੰਮੇਵਾਰ ਹੈ ਪਾਣੀ ਨੂੰ ਜ਼ਹਿਰ ਬਣਾਉਣ ਦੇ ਲਈ, ਜ਼ੀਰੇ ਦੇ ਪਿੰਡਾਂ ਦੇ ਵਿੱਚ ਜ਼ਹਿਰ ਫੈਲਾਉਣ ਦੇ ਲਈ, ਜਿਨ੍ਹਾਂ ਨੂੰ ਕੈਂਸਰ ਹੋਇਆ ਉਹਨਾਂ ਤੱਕ ਕੈਂਸਰ ਪਹੁੰਚਾਉਣ ਦੇ ਲਈ। ਲੇਕਿਨ ਇਹ ਇੱਕ ਨਰੇਟਿਵ ਹੈ, ਇਹ ਇੱਕ ਵਿਚਾਰ ਜੋ ਹੈ ਤੁਹਾਡੇ ਤੱਕ ਪਹੁੰਚਦੇ ਪਏ ਆ, ਇਹ ਲੋਕਾਂ ਦਾ ਕਹਿਣਾ ਹੈ। ਦੂਜੇ ਪਾਸੇ ਜੋ ਇਸ ਜ਼ੀਰਾ ਦੀ ਫੈਕਟਰੀ ਮਾਲਬਰੋ ਦੇ CEO ਨੇ ਪਵਨ ਬੰਸਲ ਸਾਹਿਬ, ਪਹਿਲਾਂ ਵੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਔਰ ਇਸ ਵਕਤ ਐਕਸਕਲੂਸਿਵ ਸਾਡੇ ਨਾਲ ਜੁੜੇ ਵੀ ਹੋਏ ਨੇ। ਇਹਨਾਂ ਦੇ ਨਾਲ ਗੱਲਬਾਤ ਕਰਨੀ ਬਹੁਤ ਜ਼ਰੂਰੀ ਔਰ ਲਾਜ਼ਮੀ ਹੈ, ਕਿਉਂਕਿ तमाम ਜੋ ਸਵਾਲ ਨੇ ਉਹ ਤਕਰੀਬਨ 5 ਮਹੀਨੇ ਤੋਂ ਜੋ ਧਰਨਾ ਲਗਾ ਕੇ ਬਾਹਰ ਬੈਠੇ ਹੋਏ ਨੇ ਧਰਨਾਕਾਰੀ ਪ੍ਰਦਰਸ਼ਨਕਾਰੀ, ਹੁਣ ਤਾਂ ਕਿਸਾਨ ਵੀ ਜੁੜ ਚੁੱਕੇ ਇਹਨਾਂ ਦੇ ਨਾਲ, ਉਹ ਲਗਾਤਾਰ ਪੁੱਛਦੇ ਪਏ ਆ। ਔਰ ਅੱਜ 5 ਮਹੀਨੇ ਬਾਅਦ ਪਵਨ ਬੰਸਲ ਸਾਹਿਬ ਔਰ ਫੈਕਟਰੀਜ਼ ਦੀ तमाम ਤੁਸੀਂ ਕਹਿ ਲਓ ਕਿ ਅਥਾਰਟੀਜ਼ ਸਾਹਮਣੇ ਆ ਕੇ ਗੱਲ ਕਰ ਰਹੀ ਹੈ। ਪਵਨ ਜੀ, ਪਹਿਲਾ ਬੁਨਿਆਦੀ ਸਵਾਲ ਤੁਹਾਡੇ ਕੋਲੋਂ ਇਹੀ ਹੈ, ਬਹੁਤ ਦੇਰ ਕਰਤੀ ਆਤੇ ਆਤੇ, ਇੰਨਾ ਵਕਫਾ ਇੰਨਾ ਵਕਤ ਕਿਉਂ ਲੱਗ ਗਿਆ? ਸਾਰੇ ਅਸੀਂ ਬੜੀ ਜਲਦੀ ਇਹ ਚੀਜ਼ਾਂ ਕਰਨਾ ਚਾਹੁੰਦੇ ਸੀਗੇ, ਪਰ ਇਹਨਾਂ ਨੇ ਕਦੇ ਸਾਨੂੰ ਫੈਕਟਰੀ ਦੇ ਅੰਦਰ ਹੀ ਨਹੀਂ ਜਾਣ ਦਿੱਤਾ ਗਾ। ਬੜੀ ਕੋਸ਼ਿਸ਼ ਕੀਤੀ, ਪ੍ਰਸ਼ਾਸਨ ਥਰੂ ਕੀ ਕੋਸ਼ਿਸ਼ ਕੀਤੀ, ਅਸੀਂ ਆਪਣੇ ਆਪ ਕੋਸ਼ਿਸ਼ ਕੀਤੀ, ਪਰ ਇਹਨਾਂ ਨੇ ਸਾਨੂੰ ਫੈਕਟਰੀ ਦੇ ਅੰਦਰ ਨਹੀਂ ਜਾਣ ਦਿੱਤਾ। ਫਿਰ ਉਸ ਤੋਂ ਬਾਅਦ ਅਸੀਂ ਥੱਕ ਹਾਰ ਕੇ ਫਿਰ ਪ੍ਰੈਸ ਕਾਨਫਰੰਸ ਕੀਤੀ, ਬਾਹਰ ਫਿਰੋਜ਼ਪੁਰ ਕਰਨੀ ਪਈ ਸਾਨੂੰ, ਤੇ ਉਸ ਤੋਂ ਬਾਅਦ ਫਿਰ ਹੁਣ ਸਿਲਸਿਲਾ ਚੱਲਿਆ ਜੀ। ਪਵਨ ਜੀ, ਜਿਸ ਜਗ੍ਹਾ ਤੇ ਅਸੀਂ ਖੜੇ ਹੋਏ ਹਾਂ, ਮੈਂ ਇਹ ਸਵਾਲ ਤੁਹਾਨੂੰ ਇਸ ਕਰਕੇ ਪੁੱਛਦਾ ਪਿਆ ਕਿਉਂਕਿ ਜਿਸ ਜਗ੍ਹਾ ਤੇ ਅਸੀਂ ਖੜੇ ਹਾਂ ਇਸ ਤੋਂ ਕੁਝ ਕਿਲੋਮੀਟਰ ਦੀ ਦੂਰੀ ਤੇ ਫੈਕਟਰੀ ਹੈ ਤੁਹਾਡੀ, ਔਰ ਸਾਡੀ ਕੁਝ ਮੀਟਰ ਦੀ ਦੂਰੀ ਤੇ ਪਿੱਛੇ ਗੁਰਦੁਆਰਾ ਸਾਹਿਬ ਨੇ। ਤੁਸੀਂ ਕਹਿੰਦੇ ਹੋ ਕਿ ਤੁਸੀਂ ਸੱਚ ਬੋਲਦੇ ਪਏ ਹੋ, ਧਰਨਾ ਲਗਾ ਕੇ ਜਿਹੜੇ ਲੋਕ ਬੈਠੇ ਹੋਏ ਆ ਉਹ ਕਹਿੰਦੇ ਕਿ ਤੁਸੀਂ ਝੂਠ ਬੋਲਦੇ ਪਏ ਹੋ, ਫੈਕਟਰੀ ਝੂਠ ਬੋਲਦੀ ਪਈ ਹੈ, ਫੈਕਟਰੀ ਦੇ ਮਾਲਕ ਝੂਠ ਬੋਲਦੇ ਪਏ ਆ, ਜ਼ਿੰਦਾਬਾਦ ਮੁਰਦਾਬਾਦ ਦੀ ਇੱਥੇ ਰੋਜ਼ ਨਾਅਰੇਬਾਜ਼ੀ ਹੁੰਦੀ ਪਈ ਹੈ, ਔਰ ਗੁਰਦੁਆਰਾ ਸਾਹਿਬ ਸਾਡੇ ਠੀਕ ਪਿੱਛੇ ਆ। ਤੁਸੀਂ ਕਿਵੇਂ ਯਕੀਨ ਦਿਵਾਓਗੇ ਕਿ ਜੋ ਪਾਣੀ ਗੰਦਲਾ ਹੋ ਗਿਆ ਨੇੜਲੇ ਪਿੰਡਾਂ ਦਾ, ਉਹਦੇ ਵਿੱਚ ਤੁਹਾਡਾ ਤੇ ਤੁਹਾਡੀ ਫੈਕਟਰੀ ਦਾ ਜ਼ਰਾ ਜਿੰਨਾ ਵੀ ਹੱਥ ਨਹੀਂ ਹੈ? ਪਿੱਛੇ ਸਰ ਤੁਹਾਡੇ ਸਾਹਮਣੇ ਪਿੱਛੇ ਖੇਤ ਹੈਗੇ ਆ, ਇੰਨੀਆਂ ਵਧੀਆ ਫਸਲਾਂ ਲੈ ਲਾ ਰਹੀਆਂ। ਜਿਹੜੇ ਸਾਡੇ ਆਸੇ ਪਾਸੇ ਜ਼ਮੀਨ 'ਚ ਫਸਲ ਲੱਗੀ ਹੈ, ਮੇ ਵੀ ਪੋਸੀਬਲ ਉਹ 5 ਜਾਂ 7% ਈਲਡ ਵੱਧ ਦਿੰਦੀਆਂ ਬਾਕੀ ਲੋਕਾਂ ਨਾਲੋਂ। ਕੋਈ ਇਹੋ ਜਿਹੀ ਗੱਲ ਨਹੀਂ, ਕੋਈ ਉਹ ਨਹੀਂ। 3 ਬੋਰ ਸਾਡੇ ਆਪਣੇ ਅੰਦਰ ਲੱਗੇ ਹੈ, ਜਦੋਂ ਮਰਜ਼ੀ ਉਹਨੂੰ ਚਲਾ ਕੇ ਦੇਖੋ ਚਿੱਟਾ ਪਾਣੀ ਆਊਗਾ, ਕਿਉਂਕਿ ਸਭ ਤੋਂ ਪਹਿਲਾਂ ਤਾਂ ਉਸ ਪਾਣੀ ਨੂੰ ਅਸੀਂ ਯੂਜ਼ ਕਰਨਾ ਹੈ, ਜਿਹਦੇ ਨਾਲ ਅਸੀਂ ਫੈਕਟਰੀ ਚਲਾਉਣੀ ਹੈ। ਅਤੇ ਕੋਈ ਮਤਲਬ ਨਹੀਂ ਬਣਦਾ ਵੀ ਅਸੀਂ ਕੋਈ ਜ਼ਮੀਨ 'ਚ ਬੋਰ ਕਰਕੇ ਗੰਦਲਾ ਪਾਣੀ ਜਾਂ ਗੰਦਾ ਪਾਣੀ ਕਦੇ ਪਾਇਆ ਹੋਵੇ, ਕੋਈ ਮਤਲਬ ਹੀ ਨਹੀਂ ਹੈ ਜੀ। ਜਦੋਂ ਮੈਂ ਤੁਹਾਡੀ ਪੂਰੀ ਡਿਸਟਿਲਰੀ ਦੇਖ ਰਿਹਾ ਸੀਗਾ, ਤੁਹਾਡਾ ਪੂਰਾ ਪ੍ਰੋਸੈਸ ਸਮਝ ਕੇ ਆਇਆ,
ਤਾਂ ਉਹਦੇ ਵਿੱਚ ਜਿਹੜਾ ਪਾਣੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਹੁੰਦਾ ਉਹ ਦੁਬਾਰਾ ਤੁਸੀਂ ਯੂਜੇਜ ਦੇ ਵਿੱਚ ਲੈ ਕੇ ਆਉਂਦੇ ਪਏ ਹੋ। ਇੱਕ ਪ੍ਰੋਸੈਸ ਤਾਂ ਇਹ ਹੈਗਾ। ਫਿਰ ਇੱਕ ਆਰਓ ਸਿਸਟਮ ਅੰਦਰ ਲੱਗਾ ਹੋਇਆ ਜਿਹੜਾ ਪਾਣੀ ਫਿਲਟਰਡ ਹੋ ਕੇ ਫਿਰ ਦੁਬਾਰਾ ਤੁਸੀਂ ਉਹਨੂੰ ਯੂਜ਼ ਕਰਦੇ ਪਏ ਹੋ। ਫਿਰ ਇਹ ਧਾਰਨਾ ਕਿੱਥੋਂ ਬਣ ਗਈ ਕਿ ਤੁਸੀਂ ਗੰਦਾ ਪਾਣੀ ਪੋਲਿਊਟਿਡ ਪਾਣੀ ਜਿਹੜਾ ਹੈਗਾ ਬੋਰ ਕਰਕੇ ਅੰਡਰਗਰਾਉਂਡ ਕਰਦੇ ਪਏ ਹੋ? ਸਰ ਇੱਕ ਇੱਥੇ ਸਾਹਮਣੇ ਗੁਰਦੁਆਰਾ ਸਾਹਿਬ ਹੈ ਮਈਆਂ ਵਾਲਾ, ਉੱਥੇ ਇਹਨਾਂ ਨੇ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ 'ਚ ਇੱਕ ਬੋਰ ਕੀਤਾ। ਜਦੋਂ ਇਹਨਾਂ ਨੇ ਉੱਥੇ ਬੋਰ ਕੀਤਾ ਤੇ ਬੋਰ 'ਚੋਂ ਗੰਦਲਾ ਪਾਣੀ ਨਿਕਲਿਆ ਤੇ ਲੋਕ ਇਹ ਕਹਿਣ ਲੱਗ ਪਏ ਵੀ ਇਹ ਤਾਂ ਲਾਹਣ ਦੀ ਸਮੈਲ ਆ ਰਹੀ ਹੈ। ਇਹਨਾਂ ਨੇ ਉੱਥੋਂ ਉਹ ਚੀਜ਼ ਚੱਕੀ ਤੇ ਇਹ ਬਿਲਕੁਲ ਕਲੀਅਰ ਕਰਤਾ ਵੀ ਇਹ ਤਾਂ ਜੀ ਸ਼ਰਾਬ ਫੈਕਟਰੀ ਦਾ ਗੰਦਾ ਪਾਣੀ ਹੈ। ਚਲੋ ਰੌਲਾ ਪੈ ਗਿਆ, ਸਭ ਕੁਝ ਹੋ ਗਿਆ। ਉਸ ਤੋਂ ਬਾਅਦ ਸੀਚੇਵਾਲਾ ਸਾਹਿਬ ਆਏ, ਟੀਮ ਆਈ ਉਹਨਾਂ ਦੀ ਪੂਰੀ, ਉਹ ਬੋਰ ਚਲਾਇਆ ਬਿਲਕੁਲ ਸਫੇਦ ਪਾਣੀ ਉੱਥੋਂ ਨਿਕਲਿਆ। ਉਹਨਾਂ ਨੇ ਪਾਣੀ ਪੀਤਾ ਔਰ ਉਹਨਾਂ ਨੇ ਕਿਹਾ ਵੀ ਇਸ ਪਾਣੀ 'ਚ ਕੋਈ ਨੁਕਸ ਨਹੀਂ ਗਾ, ਬਿਲਕੁਲ ਸਾਫ਼ ਪਾਣੀ ਹੈ, ਪੀਣ ਦੇ ਕਾਬਲ ਹੈ, ਕੋਈ ਪ੍ਰੋਬਲਮ ਨਹੀਂ ਹੈ। ਤੇ ਬਹੁਤ ਸਾਰੇ ਲੋਕ ਇਹ ਕਹਿੰਦੇ ਪਏ ਆ ਕਿ ਪਵਨ ਜੀ 5 ਮਹੀਨੇ ਬਾਅਦ ਇਸ ਕਰਕੇ ਸਾਹਮਣੇ ਆਏ ਆ ਮੀਡੀਆ ਦੇ ਕਿ ਉਹਨਾਂ ਨੇ 5 ਮਹੀਨੇ ਪਹਿਲਾਂ ਬਿਲਕੁਲ ਅੰਦਰ ਆਪਣੀ ਫੈਕਟਰੀ ਨੂੰ ਸਾਫ਼ ਸੁਥਰਾ ਕੀਤਾ, ਸਬੂਤ ਮਿਟਾਏ, ਐਵੀਡੈਂਸ ਖਤਮ ਕੀਤੇ। ਇੱਕ ਧਾਰਨਾ ਚੱਲਦੀ ਪਈ ਹੈ, ਸੋਸ਼ਲ ਮੀਡੀਆ ਤੇ ਜਾਓਗੇ ਅਲੱਗ-ਅਲੱਗ ਵੀਡੀਓਜ਼ ਵੀ ਵਾਇਰਲ ਹੁੰਦੀਆਂ ਪਈਆਂ। ਇੱਕ ਸਵਾਲ ਇਹ ਚੱਲਦਾ ਪਿਆ ਕਿ ਤੁਸੀਂ 5 ਮਹੀਨੇ ਬਾਅਦ ਇਸ ਕਰਕੇ ਆਏ ਹੋ ਸਾਹਮਣੇ ਕਿ ਤੁਸੀਂ ਪਹਿਲਾਂ ਅੰਦਰੋਂ ਸਭ ਕੁਝ ਕਲੀਅਰ ਕੀਤਾ, ਜਿਹੜੇ ਐਵੀਡੈਂਸ ਸੀਗੇ ਸਭ ਖਤਮ ਕੀਤੇ। ਇਹਦੇ ਉੱਤੇ ਤੁਹਾਡਾ ਕੀ ਕਹਿਣਾ? ਸਰ ਦੇਖੋ ਇੱਦਾਂ ਹੈ, ਇੱਕ ਘਰ ਦੀ ਰਸੋਈ ਤਾਂ ਹੈ ਨਹੀਂ ਵੀ ਕੋਈ ਇਹਨੂੰ ਇੱਕ ਦਿਨ ਲਾਵਾਂਗੇ 2 ਦਿਨ ਲਾਵਾਂਗੇ ਤੇ ਇਹਨੂੰ ਸਾਫ਼ ਕਰ ਲਾਂਗੇ। ਐਡਾ ਵੱਡਾ ਯੂਨਿਟ ਹੈ, 50 ਏਕੜ 'ਚ ਯੂਨਿਟ ਲੱਗਿਆ ਹੋਇਆ ਹੈ। ਕਿਸ ਤਰ੍ਹਾਂ ਪੋਸੀਬਲ ਹੋ ਸਕਦਾ ਵੀ ਅਸੀਂ ਇਹਨੂੰ 2-4 ਦਿਨਾਂ 'ਚ 5 ਦਿਨਾਂ 'ਚ ਇਹਨੂੰ ਅਸੀਂ ਸਾਫ਼ ਕਰ ਲਈਏ? ਸਾਡੀ ਤਾਂ ਉੱਥੇ ਐਂਟਰੀ ਬੈਨ ਹੈ, ਸਾਨੂੰ ਉੱਥੇ ਕੋਈ ਐਂਟਰ ਹੋਣ ਨਹੀਂ ਦਿੰਦਾ। ਮਤਲਬ ਜੇ ਸਾਡੇ ਬੰਦੇ ਉੱਥੇ ਐਂਟਰ ਹੁੰਦੇ ਆ ਤਾਂ ਉਹਨਾਂ ਨੂੰ ਬੁਰੀ ਤਰ੍ਹਾਂ ਰੋਕਿਆ ਜਾਂਦਾ ਹੈ ਵੀ ਨਹੀਂ ਅੰਦਰ ਜਾਣਾ ਫੈਕਟਰੀ। ਸਾਫ਼ ਕੀ ਕਰ ਸਕਦੇ ਹਾਂ ਅਸੀਂ ਉੱਥੇ? ਤੁਹਾਡੀ ਫੈਕਟਰੀ ਵਿਲਨ ਬਣ ਕਿਵੇਂ ਗਈ? ਇਹ ਖਲਨਾਇਕ ਕਿਵੇਂ ਬਣ ਗਈ ਤੁਹਾਡੀ ਫੈਕਟਰੀ? ਫੈਕਟਰੀ ਨੂੰ ਇਸ ਤਰੀਕੇ ਦੇ ਨਾਲ ਹੁਣ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਜਾ ਰਿਹਾ ਆਮ ਜਨਤਾ ਦੇ ਵਿੱਚ ਕਿ ਫੈਕਟਰੀ ਕਰਕੇ ਲੋਕ ਮਰਦੇ ਪਏ ਆ, ਕੈਂਸਰ ਜਿਨ੍ਹਾਂ ਨੂੰ ਹੋਇਆ ਜਾਂ ਬਿਮਾਰੀਆਂ ਜਿਨ੍ਹਾਂ ਨੂੰ ਹੋਈਆਂ ਉਹ ਕਹਿੰਦੇ ਕਿ ਤੁਹਾਡੀ ਫੈਕਟਰੀ ਦੀ ਦੇਣ ਹੈ। ਸਰ 1200 EMPLOYE ਕੰਮ ਕਰਦੇ ਆ ਅੰਦਰ, ਅੱਜ ਤੱਕ ਕਿਸੇ ਨੂੰ ਕੋਈ ਕਿਸੇ ਤਰ੍ਹਾਂ ਦੀ ਬਿਮਾਰੀ ਨਹੀਂ ਹੋਈ। ਅਸੀਂ ਕਿਵੇਂ ਮੰਨ ਲਈਏ ਸਾਡੀ ਫੈਕਟਰੀ 'ਚੋਂ ਕੈਂਸਰ ਫੈਲ ਰਿਹਾ ਜਾਂ ਕੁਛ ਚੀਜ਼ ਹੋ ਰਹੀ? ਐਲੀਗੇਸ਼ਨ ਲਾਉਣ ਦਾ ਕੀ ਹੈ, ਕੋਈ ਕਿਸੇ ਤੇ ਜਿੰਨਾ ਮਰਜ਼ੀ ਲਾ ਦੇਵੇ। ਪੰਜਾਬ ਪੋਲਿਊਸ਼ਨ ਬੋਰਡ ਹੋਰ ਤਮਾਮ NGT ਵਰਗੇ ਇਹਨਾਂ ਵੱਲੋਂ ਤੁਹਾਨੂੰ ਜਦੋਂ ਤੁਸੀਂ ਪਹੁੰਚ ਕੀਤੀ ਜਾਂ ਉਹਨਾਂ ਨੇ ਤੁਹਾਡੇ ਤੱਕ ਪਹੁੰਚ ਕੀਤੀ ਤਾਂ ਉਹਨਾਂ ਦਾ ਕੀ ਕਹਿਣਾ ਸੀਗਾ? ਨਹੀਂ ਕੁਛ ਨਹੀਂ, ਉਹਨਾਂ ਨੇ ਆਪਣੇ ਸੈਂਪਲ ਲਿੱਤੇ, ਪਹੁੰਚ ਇਹਨਾਂ ਨੇ ਕੀਤੀ NGT ਨੂੰ ਤੇ ਉਹ ਆਏ ਆ, ਉਹਨਾਂ ਨੇ ਆਪਣੇ ਸੈਂਪਲ ਲਿੱਤੇ ਆ। ਸੈਂਪਲ 3 ਲੈਬੋਰਟਰੀਆਂ 'ਚ ਵੱਖਰੇ 'ਚ ਭੇਜੇ ਆ, ਸੈਂਪਲ ਪਾਸ ਆਏ। ਅੱਛਾ, ਇੱਕ ਤੁਹਾਡੀ ਜਿਹੜੀ ਚਿਮਨੀ ਲੱਗੀ ਹੋਈ ਹੈ 65 ਮੀਟਰ ਦੀ, ਜਿਵੇਂ ਸਰਕਾਰ ਵੱਲੋਂ ਵੀ ਨੋਰਮਸ ਹੈਗੇ ਆ, ਉਹਦੀਆਂ ਕੁਝ ਵੀਡੀਓਜ਼ ਸੀਗੀਆਂ ਜਿਹਦੇ ਚੋਂ ਐਸ਼ ਜਿਹੜੀ ਸੀਗੀ ਉੱਡ ਕੇ ਬਾਹਰ ਗਈ, ਖੇਤਾਂ 'ਚ ਗਈ। ਬਾਅਦ ਦੇ ਵਿੱਚ ਤੁਹਾਡੇ ਤੇ ਦੋਸ਼ ਇਹ ਲੱਗੇ ਕਿ ਉਹ ਜਿਹੜੇ ਪਸ਼ੂਆਂ ਨੇ ਉਹ ਚਾਰਾ ਖਾਧਾ ਜਾਂ ਉਹ ਜਿੱਥੇ ਪਹੁੰਚੇ ਉਹਨਾਂ ਤੱਕ ਪਸ਼ੂ ਮਰ ਗਏ, ਡੰਗਰ ਮਰ ਗਏ। ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਇੱਕ ਕਹਿ ਲਓ ਕਿ ਹੈਲਪ ਵਜੋਂ, ਮਦਦ ਵਜੋਂ ਕੁਝ ਰਾਸ਼ੀ ਵੀ ਦਿੱਤੀ। ਉਹ ਮਾਮਲਾ ਕੀ ਸੀਗਾ ਜੀ? ਸਰ ਕੋਈ ਉਹ ਮਾਮਲਾ ਨਹੀਂ। ਉੱਥੇ ਕੀ ਹੋਇਆ ਵੀ ਫਸਲ ਜਿਹੜੀ ਹੈਗੀ ਹੈ ਉਹ ਮਰ ਗਈ ਬਰਸੀਨ ਦੀ। ਇਹਨਾਂ ਨੇ ਉੱਥੇ ਯੂਰੀਆ ਦੀ ਮਿਕਦਾਰ ਜ਼ਿਆਦਾ ਪਾ ਦਿੱਤੀ, ਨਾਈਟ੍ਰੋਜਨ ਜ਼ਿਆਦਾ ਹੋ ਗਿਆ, ਫਸਲ ਦੁਬਾਰਾ ਫੇਰ ਹੋ ਗਈ। ਜਦੋਂ ਇਹਨਾਂ ਨੇ ਉਹ ਫਸਲ ਡੰਗਰਾਂ ਨੂੰ ਪਾਈ, ਜਾਨਵਰਾਂ ਨੂੰ ਪਾਈ, ਉਹ ਨਾਈਟ੍ਰੋਜਨ ਦੀ ਮਾਤਰਾ ਜ਼ਿਆਦਾ ਨਹੀਂ ਸਹਾ ਸਕੇ, ਉਹਨਾਂ ਦੀ ਡੈਥ ਹੋ ਗਈ ਜੀ। ਜਿੱਥੋਂ ਤੱਕ ਰਹਿ ਗਈ ਮੁਆਵਜ਼ੇ ਦੀ ਗੱਲ, ਸਰਪੰਚ ਸਾਹਿਬ ਆਏ ਸੀਗੇ ਮੇਰੇ ਕੋਲੇ ਵੀ ਮੁਆਵਜ਼ਾ ਦਿਓ। ਅਸੀਂ ਕਿਹਾ ਜੀ ਕੋਈ ਮੁਆਵਜ਼ਾ ਨਹੀਂ ਦੇਣਾ, ਕਿਉਂਕਿ ਡਾਕਟਰ ਕਹਿ ਰਿਹਾ ਹੈ ਵੀ ਭਾਈ ਕੋਈ ਮੁਆਵਜ਼ਾ ਬਣਦਾ ਨਹੀਂ, ਇਹ ਤਾਂ ਨਾਈਟ੍ਰੋਜਨ ਨਾਲ ਪਸ਼ੂ ਮਰੇ ਆ ਤੇ ਮੁਆਵਜ਼ਾ ਕਿਹੜੀ ਗੱਲ ਆ। ਫਿਰ 2-3 ਦਿਨ ਬਾਅਦ ਆਏ ਆ, ਇਹ ਕਹਿੰਦੇ ਜੀ ਚਲੋ ਮੁਆਵਜ਼ਾ ਨਹੀਂ ਤਾਂ ਆਪਾਂ ਕਿਸੇ ਤਰੀਕੇ ਨਾਲ ਇਹਨਾਂ ਦੀ ਮਦਦ ਕਰਦੇ, ਕਿਉਂਕਿ ਮੇਰੇ ਇਹਨਾਂ ਨਾਲ ਬਹੁਤ ਵਧੀਆ ਸੰਬੰਧ ਸੀਗੇ ਸਰਪੰਚ ਸਾਹਿਬ ਨਾਲ? ਯੈਸ, ਗੁਰਮੇਜ ਸਿੰਘ ਨਾਲ। ਅਸੀਂ ਫਿਰ ਬਾਊ ਜੀ ਨੂੰ ਪੁੱਛਿਆ, ਬਾਊ ਜੀ ਕਹਿੰਦੇ ਚੱਲ ਯਾਰ ਜੇ ਗਰੀਬ ਆਦਮੀ ਹੈ, ਜੇ ਤੁਸੀਂ ਕੋਈ ਮਦਦ ਕਰ ਦੋਗੇ ਤੇ ਕੀ ਜਾਂਦਾ। ਉਸ ਚੱਕਰ 'ਚ ਅਸੀਂ ਇਹਨਾਂ ਦੀ ਮਦਦ ਕੀਤੀ ਹੈ ਸਰ। ਤੁਸੀਂ ਕਹਿ ਰਹੇ ਹੋ ਸੇਵਾ ਸੀਗੀ ਤੁਹਾਡੇ ਵੱਲੋਂ? ਹਾਂ 100%। ਉਹਦੇ 'ਚ ਤੁਹਾਡਾ ਕੋਈ ਮਤਲਬ ਕਿ ਤੁਹਾਡੀ ਫੈਕਟਰੀ ਵੱਲੋਂ ਕੁਝ ਨਹੀਂ ਸੀ? ਮਤਲਬ ਵੀ ਕੋਈ ਨਹੀਂ, ਸਰਪੰਚ ਮੇਰੇ ਸਾਹਮਣੇ ਖੜਾ ਹੋ ਜਾਏ ਮੈਂ ਉਹਦੇ ਸਾਹਮਣੇ ਗੱਲ ਕਹਿ ਦੂੰ। ਬਟ ਇਹ ਜੋ ਕਸ਼ਮਕਸ਼ ਪੈਦਾ ਹੋਈ ਹੈ ਤੁਹਾਡੇ ਵਿਚਕਾਰ, ਫੈਕਟਰੀ ਵਿਚਕਾਰ, ਤੇ ਜਿਹੜੇ ਲੋਕ ਬਾਹਰ ਧਰਨਾ ਲਾ ਕੇ ਬੈਠੇ ਹੋਏ ਆ ਉਹ ਮੰਨਣ ਨੂੰ ਤਿਆਰ ਹੀ ਨਹੀਂ ਹੈਗੇ ਕਿ ਪਾਣੀ ਤੁਸੀਂ ਜਿਹੜਾ ਹੈਗਾ ਗੰਦਲਾ ਨਹੀਂ ਕਰ ਰਹੇ।
ਇੱਥੇ ਤੁਸੀਂ ਕਹਿੰਦੇ ਪਏ ਹੋ ਕਿ ਸਾਡੇ ਵੱਲੋਂ ਇਦਾਂ ਦਾ ਕੁਝ ਨਹੀਂ ਹੈਗਾ, ਫਿਰ ਇਹ ਜਿਹੜੀ ਚੀਜ਼ ਹੈਗੀ ਇਹ ਖਤਮ ਕਿਵੇਂ ਹੋਏਗੀ? ਸਰ ਉਹਨੇ ਤਾਂ ਸਿੰਗਲ ਲਾਈਨ ਏਜੰਡਾ ਹੈ ਵੀ ਫੈਕਟਰੀ ਬੰਦ ਕਰ ਦਿਓ। 300 ਕਰੋੜ ਰੁਪਏ ਦਾ ਪ੍ਰੋਜੈਕਟ ਹੈ ਜੀ। ਇੱਦਾਂ ਕਿਤੇ ਫੈਕਟਰੀਆਂ ਬੰਦ ਹੁੰਦੀਆਂ ਕੋਈ ਏਜੰਡਾ ਹੋਵੇ ਵੀ ਭਾਈ ਆਹ 4 ਚੀਜ਼ਾਂ ਹੈਗੀਆਂ, 4 ਚੀਜ਼ਾਂ ਸਾਨੂੰ ਨੁਕਸਾਨ ਪਹੁੰਚਾ ਰਹੀਆਂ, ਤੁਸੀਂ ਇਹਨਾਂ ਦਾ ਕੋਈ ਹੱਲ ਕੱਢੋ। ਕੁਝ ਦੋਵਾਂ ਦਾ, ਕੋਈ ਇੱਕ ਦਾ, ਕੋਈ ਤਿੰਨਾਂ ਦਾ ਹੱਲ ਨਿਕਲਦਾ, ਉਹਦਾ ਮਤਲਬ ਅੱਗੇ ਕੋਈ ਬੰਦਾ ਸੋਲੂਸ਼ਨ ਕੱਢ ਲੈਂਦਾ। ਪਰ ਬੰਸਲ ਸਾਹਿਬ ਤਾਲੇ ਤਾਂ ਲੱਗੇ ਹੋਏ ਆ ਫੈਕਟਰੀ ਨੂੰ ਹੱਲੇ ਵੀ। ਸਰ ਹੁਣ ਆਪਾਂ ਲੜ ਥੋੜੀ ਸਕਦੇ ਇਹਨਾਂ ਲੋਕਾਂ ਨਾਲ। ਤੁਸੀਂ ਕਹਿੰਦੇ ਹੋ ਕਿ ਇਹ ਟੈਂਪਰੇਰੀ ਹੈ, ਪਰਮਾਨੈਂਟਲੀ ਨਹੀਂ? ਅਸੀਂ ਲੜ ਨਹੀਂ ਸਕਦੇ ਗੇ। ਅਸੀਂ ਕਾਨੂੰਨ ਦੀ ਲੜਾਈ ਤਾਂ ਲੜ ਸਕਦੇ ਹਾਂ, ਪਰ ਅਸੀਂ ਸਿੱਧੀ ਲੜਾਈ ਨਹੀਂ ਲੜ ਸਕਦੇ। ਪਰ ਜਦੋਂ ਅਸੀਂ ਵਿਚਰਦੇ ਹਾਂ ਲੋਕਾਂ ਦੇ ਵਿੱਚ, ਆਮ ਜਿਹੜੀ ਜਨਤਾ ਹੈਗੀ ਹੈ ਉਹ ਵਾਰ-ਵਾਰ ਇਹੀ ਚੀਜ਼ ਕਹਿੰਦੀ ਪਈ ਕਿ ਜਿਹੜੇ ਕਿਸਾਨ ਬਾਹਰ ਹਰੀਆਂ ਪੱਗਾਂ ਵਾਲੇ ਆ ਕੇ ਬੈਠੇ ਨੇ, ਇਹਨਾਂ ਨੇ ਸੈਂਟਰ ਨੂੰ ਝੁਕਾਤਾ, ਤੇ ਫਿਰ ਤੁਸੀਂ ਕੀ ਕਰੋਗੇ? ਤੁਸੀਂ ਇੱਕ ਪਾਸੇ ਕਹਿੰਦੇ ਹੋ 300 ਕਰੋੜ ਦਾ ਪ੍ਰੋਜੈਕਟ ਹੈਗਾ ਨਾ, ਫਿਰ ਤੁਸੀਂ ਕਿੱਦਾਂ ਇਸ ਚੀਜ਼ ਨੂੰ ਸਮਝਾਓਗੇ, ਕਿਵੇਂ ਇਹਨਾਂ ਨੂੰ ਉਠਾਓਗੇ, ਕਿਵੇਂ ਇਹ ਗੱਲ ਪਹੁੰਚੇਗੀ ਕਿਵੇਂ? ਇਹ ਨਹੀਂ ਸਮਝਦੇ ਸਰ, ਇਹਨਾਂ ਨੂੰ ਕੋਈ ਗੱਲ ਨਹੀਂ ਸਮਝ ਆਉਂਦੀ। ਤੇ ਇਸ ਸਿਨੈਰੀਓ ਦੇ ਵਿੱਚ ਸਮਝੇਗਾ ਕੌਣ ਫਿਰ? ਇਹਨਾਂ ਨੂੰ ਸਮਝਣਾ ਪਊਗਾ। ਅਸੀਂ ਕਹਿੰਦੇ ਹਾਂ ਅਸੀਂ ਸਾਬਤ ਕਰਾਉਣ ਨੂੰ ਤਿਆਰ ਹਾਂ, 500 ਫੁੱਟ ਤੋਂ 2000 ਫੁੱਟ ਤੱਕ ਬੋਰ ਕਰਨ, ਪਾਣੀ ਗੰਦਾ ਕੱਢਣ। ਅਸੀਂ ਇਹਨਾਂ ਦੀ ਤਸੱਲੀ ਕਰਾਵਾਂਗੇ, ਜਿੱਥੇ ਗੰਦਾ ਪਾਣੀ ਨਿਕਲੇ ਅਸੀਂ ਉੱਥੇ ਦੋਸ਼ੀ ਹੋਵਾਂਗੇ ਇਹਨਾਂ ਦੇ। ਬਹੁਤ ਸਾਰੇ ਲੋਕ ਇਹ ਕਹਿੰਦੇ ਕਿ ਸਭ ਕੁਝ ਜੋ ਰਿਪੋਰਟਸ ਹੈਗੀਆਂ ਨੇ, ਜੋ ਸੈਂਪਲਸ ਕਲੈਕਟ ਹੋ ਰਹੇ ਨੇ, ਉਹ ਬੰਸਲ ਜਾਂ ਦੀਪ ਮਲਹੋਤਰਾ ਜਾਂ ਸਰਕਾਰ ਦੀ ਮਿਲੀ ਭੁਗਤ ਦੇ ਨਾਲ ਹੋ ਰਿਹਾ। ਛੱਡੋ ਜੀ, ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ। ਇੰਨਾ ਵੱਡਾ ਕਲੇਸ਼ ਖੜਾ ਹੋਇਆ ਹੋਵੇ ਤੇ ਕੋਈ ਸਰਕਾਰੀ ਆਫੀਸਰ ਕਵੇ ਮੈਂ ਪੈਸੇ ਲੈ ਕੇ ਇਹਨੂੰ ਠੀਕ ਕਰ ਦਿੰਦਾ, ਅਸੀਂ ਨਹੀਂ ਇਹਨੂੰ ਮੰਨਦੇ। ਫਿਰ ਇਹ ਗੱਲ ਕਿਉਂ ਹੋ ਰਹੀ ਹੈ ਤੁਹਾਡੇ ਮੁਤਾਬਕ? ਸਰ ਕੋਈ ਬੰਦਾ ਕੀ ਬੋਲਦਾ ਉਹਨੂੰ ਕੋਈ ਰੋਕ ਥੋੜ੍ਹ ਨਹੀਂ ਸਕਦੇ। ਉਹ ਜਿਹੜੀਆਂ ਸਰ ਤੁਹਾਡੇ ਕੋਲ ਵੀਡੀਓਜ਼ ਪਹੁੰਚਦੀਆਂ ਨੇ, ਜਿਵੇਂ ਕਈ ਵਾਰੀ ਕੋਈ ਕਹਿੰਦਾ ਕਿ ਮੋਟਰ ਕੱਢ ਕੇ ਲੈ ਗਏ, ਕਈ ਕਹਿੰਦੇ ਕਿ ਕੁਝ ਹੋਰ ਹੋ ਗਿਆ, ਕਈ ਕਹਿ ਰਹੇ ਕਿ ਸਭ ਫੇਕ ਹੈ ਜੀ, ਸਭ ਫੇਕ ਹੈ, ਕੁਛ ਨਹੀਂ। ਉਹ ਫੇਕ ਹੈ। ਜੇ ਪਾਣੀ ਲੈ ਕੇ, ਬੋਤਲਾਂ ਲੈ ਕੇ ਘੁੰਮ ਰਹੇ ਆ, ਉਹਨਾਂ ਦਾ ਕੀ ਹੈ? ਸਭ ਫੇਕ ਹੈ, ਦੈਟ ਇਜ਼ ਆਲਸੋ ਫੇਕ। 100%। ਸੋ ਪਵਨ ਜੀ ਸਾਡੇ ਨਾਲ ਸੀਗੇ, ਔਰ ਜੋ ਸਵਾਲ ਸੀਗੇ ਕੋਸ਼ਿਸ਼ ਕੀਤੀ ਕਿ ਉਹਨਾਂ ਦਾ ਅਸੀਂ ਇਹਨਾਂ ਕੋਲੋਂ ਜਵਾਬ ਲਿੱਤਾ। ਕੈਮਰੇ ਦੇ ਸਾਥ ਦੇ ਰਹੇ ਸੀਗੇ ਸੁਖਿੰਦਰ ਮੈਂ, ਲੰਕੇਸ਼ ਤਿਰਖਾ, ਰੋਜ਼ਾਨਾ ਸਪੋਕਸਮੈਨ ਦੇ ਲਈ।